ਕਰੋੜਾਂਪਤੀ ਅਰਬਾਂਪਤੀ MLA ने प्रेस कॉन्फ्रेंस की और वो कहते मैं तो आपकी नौकरी छड्डदा गल से बूट के छड़ा ली पंजाबियां तू कितने छड्डदा सी। अब बाजवा के मुंडे नूं मिल जू जाओ बेअंत सिंह बुचर के मुंडे पोतरे नूं मिल जू होर किहनूं मिलनी है। जो काम इंदिरा गांधी करती सी ਉਹੀ ਕੰਮ ਅੱਜ ਰਾਹੁਲ ਗਾਂਧੀ ਤੇ ਸੋਨੀਆ ਗਾਂਧੀ ਨੇ ਸ਼ੁਰੂ ਕਰਤਾ। ਤੁਹਾਨੂੰ ਛੇਤੀ ਕਿਤੇ ਕੋਈ ਮੂੰਹ ਲਾਉਂਦਾ ਨਹੀਂ ਉਹ ਨੈਸ਼ਨਲ ਪੋਲਿਟਿਕਸ 'ਚ। ਜੇ ਹਲੇ ਵੀ ਕੋਈ ਚਾਹ ਪੂਰਾ ਕਰਨਾ ਤਾਂ ਆਪਦੇ ਪੱਪੂ ਨੂੰ ਭੇਜ ਦਿਓ ਪੰਜਾਬ 'ਚੋਂ ਇਲੈਕਸ਼ਨ ਲੜਾ ਦਿਓ। ਜਿਨ੍ਹਾਂ ਨੇ 4.5 ਸਾਲ ਮਲਾਈਆਂ ਖਾਧੀਆਂ ਨੇ ਨਾਲ, ਜਿਹੜੇ ਹਰ ਡਿਸੀਜਨ ਦੇ ਭਾਈਵਾਲ ਸਨ, ਜਿਹੜੇ ਆਪ ਹਰ ਡਿਸੀਜਨ ਨੂੰ ਮੋਹਰ ਲਾਉਂਦੇ ਸਨ, ਅੱਜ ਜਦ ਆਪ ਦੀ ਹਾਰ ਸਾਹਮਣੇ ਦਿਸ ਰਹੀ ਹੈ ਤੇ ਜਾ ਕੇ ਆਪੋਜੀਸ਼ਨ ਦਾ ਰੋਲ ਉੱਥੇ ਦਿੱਲੀ ਜਾ ਕੇ ਅਦਾ ਕਰ ਰਹੇ। ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਨੂੰ ਅੰਦਰ ਦਿੱਤਾ ਸੀ ਐਮਰਜੈਂਸੀ 'ਚ ਜਾਂ ਮੁੜ ਕੇ 84 ਵੇਲੇ। ਅੱਜ ਕਮਿਟਮੈਂਟ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਕੋਲ ਹੋਈ ਹੈ ਕਿ ਮੈਂ ਬੜੀ ਜਲਦ ਬਾਦਲ ਪਰਿਵਾਰ ਦੇ ਮੈਂਬਰਾਂ ਨੂੰ ਭਾਵੇਂ ਸੱਚਾ ਝੂਠਾ ਪਰਚਾ ਦੇ ਕੇ ਪੋਲੀਟੀਕਲ ਵੈਂਡੇਟਾ ਕਰਨਾ ਪਵੇ, ਜੋ ਕਰਨਾ ਪਵੇ। ਆ ਤੁਹਾਨੂੰ ਅੱਜ ਜਿਹੜੀ ਡੈਡਲਾਈਨ ਸੈੱਟ ਹੋਈ ਹੈ ਵਿਦਿਨ ਦਿਸ ਮੰਥ ਜਾਂ ਅਗਲੇ ਮਹੀਨੇ ਅੰਦਰ ਦੇ ਦਿਆਂਗਾ। ਜਿਹੜੇ ਅਫਸਰ ਇਹਨਾਂ ਦੇ ਹੱਥ ਦੀਆਂ ਕਠਪੁਤਲੀਆਂ ਬਣਨਗੀਆਂ, ਇਹਨਾਂ ਦੇ ਹੱਥਾਂ ਤੇ ਖੇਡਣਗੀਆਂ, ਫਿਰ ਆਉਣ ਵਾਲੇ ਸਮੇਂ 'ਚ ਉਹ ਵੀ ਆਪ ਦਾ ਹਿਸਾਬ ਲਾਉਂਦੇ ਰਹਿਣ। ਔਰ ਇੱਕ ਭਰਤਿੰਦਰ ਚਹਿਲ, ਉਹਨਾਂ ਦੇ ਨਾਲ ਜਿਹੜੇ ਵਕੀਲ ਕੰਮ ਕਰਦੇ ਉਹ ਨਾਲ ਆਏ ਔਰ ਸਵਾਲ ਜਵਾਬ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਨੂੰ ਪੁੱਛਣ ਲੱਗੇ। ਜਦੋਂ ਬਾਦਲ ਸਾਹਿਬ ਨੇ ਕਿਹਾ ਕਿ ਕਾਕਾ ਮੈਂ ਤੈਨੂੰ ਤਾਂ ਪਛਾਣਿਆ ਨਹੀਂ, ਮੈਂਬਰ ਤਾਂ ਤਿੰਨ ਸੀ SIT ਦੇ, ਇਹ ਨਵੇਂ ਕਿੱਥੋਂ ਜੰਮ ਪਏ। ਕਿ ਜਿਹੜੇ ਕਹਿੰਦੇ ਨੇ ਨਾਰਕੋ ਟੈਸਟ ਹੋਵੇ, ਮੈਂ ਤਾਂ ਕਹਿੰਦਾ ਲਾਈਨ 'ਚ ਖੜੇ ਕਰ ਦਿਓ ਇਹ ਸਾਰੇ SIT ਦੇ ਮੈਂਬਰ ਵੀ, ਇਹ ਮੁੱਖ ਮੰਤਰੀ ਦੋਵੇਂ, ਇਹਨਾਂ ਦੇ ਵਜ਼ੀਰ ਤੇ ਭਾਵੇਂ ਸਾਡਿਆਂ ਨੂੰ ਲੈ ਲਿਓ ਵਿੱਚ, ਸਭ ਦੇ ਕਰੋ ਤੇ ਫਿਰ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ। ਵੱਡੇ ਲੀਡਰ ਨੂੰ ਜੁਆਇਨ ਕਰੇ ਇਸ ਤਰ੍ਹਾਂ ਹੱਥ ਉਹ ਤਾਂ ਜੋੜਦਾ ਵੇਖਿਆ। ਕੇਜਰੀਵਾਲ ਵੱਧ ਚੁੱਕਿਆ ਸੀ, ਉਹਦਾ ਤਾਂ ਐਂ ਲੱਗਦਾ ਜਿਵੇਂ ਆਸ਼ੀਰਵਾਦ ਦੇ ਰਿਹਾ ਕਿ ਮੈਂ ਤੇਰਾ ਕੰਮ, ਉਹ ਕਹਿ ਰਿਹਾ ਸੀ ਕਿ ਤੂੰ ਮੇਰਾ ਕੰਮ ਕਰਤਾ, ਉਹ ਕਹਿੰਦਾ ਕਰਤਾ, ਆ ਜਾ ਪਾਰਟੀ। ਸਾਰੀ ਗੱਲ ਕੀਤੀ ਹੈ, ਮਗਰ ਮੈਂ ਅੱਜ ਦੀ ਜੋ ਹੈਡਲਾਈਨਸ ਪੜ੍ਹੀਆਂ ਨੇ ਪੰਜਾਬ ਦੀ ਪੋਲਿਟਿਕਸ 'ਚ ਅਗਲੇ 6 ਮਹੀਨੇ ਕਿਸ ਤਰੀਕੇ ਦਾ ਬੇਅਦਬੀ ਮੁੱਦਿਆਂ ਤੇ ਸਿਆਸੀਕਰਨ ਹੋਣਾ, ਅੱਜ ਦੀ ਹੈਡਲਾਈਨਸ ਨੇ ਉਸ ਗੱਲ ਨੂੰ ਸਾਫ਼ ਕਰਤਾ। ਇੱਕ ਜਗ੍ਹਾ ਕਹਿ ਰਿਹਾ ਹੈ ਔਰ ਇਹ ਕਰੂਗਾ ਕੌਣ? ਗਾਂਧੀ ਪਰਿਵਾਰ 10 ਜਨਪਦ ਹੁਣ ਟਰਮਸ ਡਿਕਟੇਟ ਕਰੂਗੀ ਕਿ ਲੋਕਾਂ ਦੀ ਚੁਣੀ ਹੋਈ ਸਰਕਾਰ ਫੈਸਲੇ ਨਹੀਂ ਕਰ ਸਕਦੀ, फैसला करूं दिल्ली दा दरबार। और हिस्ट्री इज रिपीटिंग इटसेल्फ। जो काम इंदिरा गांधी करती सी ਉਹੀ ਕੰਮ ਅੱਜ ਰਾਹੁਲ ਗਾਂਧੀ ਤੇ ਸੋਨੀਆ ਗਾਂਧੀ ਨੇ ਸ਼ੁਰੂ ਕਰਤਾ। ਮੈਂ ਤਾਂ ਉਹਨਾਂ ਨੂੰ ਬੇਨਤੀ ਕਰਦਾ ਕਿ ਨੈਸ਼ਨਲ ਲੈਵਲ ਤੇ ਤਾਂ ਤੁਸੀਂ ਵਿਹਲੇ ਹੋਗੇ, ਤੁਹਾਨੂੰ ਛੇਤੀ ਕਿਤੇ ਕੋਈ ਮੂੰਹ ਲਾਉਂਦਾ ਨਹੀਂ ਉਹ ਨੈਸ਼ਨਲ ਪੋਲਿਟਿਕਸ 'ਚ। ਜੇ ਹਲੇ ਵੀ ਕੋਈ ਚਾਹ ਪੂਰਾ ਕਰਨਾ ਤਾਂ ਆਪਦੇ ਪੱਪੂ ਨੂੰ ਭੇਜ ਦਿਓ ਪੰਜਾਬ 'ਚੋਂ ਇਲੈਕਸ਼ਨ ਲੜਾ ਦਿਓ। ਜੇ ਲੋਕ ਵੋਟ ਪਾ ਦੇਣਗੇ ਤੇ ਉਸ ਨੂੰ ਵੀ ਮੰਨ ਲਾਂਗੇ, ਜੇ ਘਰੇ ਤੋਰ ਦਿਆਂਗੇ ਤੇ ਫਿਰ ਤੁਹਾਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਇਹਨੂੰ ਤਾਂ ਵਧੀਆ ਟਿਕਟ ਲੈ ਕੇ ਇਟਲੀ ਨੂੰ ਇਹਨੂੰ ਰਾਹ ਪੱਧਰਾ ਕਰ ਦਿਓ। ਔਰ ਮੈਂ ਇਹ ਗੱਲ ਕਿਉਂ ਕਹਿ ਰਿਹਾ, ਦੇਖੋ ਕਿਵੇਂ ਕਨਸਟੀਟਿਊਸ਼ਨ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਨੇ, ਕਿਵੇਂ ਲਾਅ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਨੇ। ਉਹ ਕੋਈ ਹਰੀਸ਼ ਰਾਵਤ, ਖਰਗੇ ਸਾਹਿਬ ਤੇ ਉਹ ਜਿਹੜਾ ਪੈਨਲ ਬਣਿਆ ਸੋਨੀਆ ਗਾਂਧੀ ਰਾਹੁਲ ਗਾਂਧੀ ਨੇ ਬਣਾਇਆ, ਉਹ ਤੋਂ ਸਿੱਕੇ ਅਗਰਵਾਲ ਸਾਹਿਬ, ਆ ਸਾਰੀਆਂ ਹੀ ਅਖਬਾਰਾਂ ਮੈਂ ਲੈ ਕੇ ਆਇਆ ਕਿ ਇੱਕ ਕੈਪਟਨ ਗੈਟਸ ਡੈਡਲਾਈਨ ਟੂ ਐਕਟ ਔਨ ਸੈਕ੍ਰਿਲੇਜ ਡਰੱਗ ਇਸ਼ੂਜ਼। ਦੂਜਾ ਇਹਦੇ 'ਚ ਇੱਕ ਹੋਰ ਇੱਥੇ ਜਿੰਨੀਆਂ ਵੀ ਨੇ, ਨੋ ਮੀਟਿੰਗ ਵਿਦ ਸੋਨੀਆ ਐਂਡ ਰਾਹੁਲ, ਡੈਡਲਾਈਨ ਫॉर ਕੈਪਟਨ ਟੂ ਫੁਲਫਿਲ ਪ੍ਰੋਮਿਸਿਸ। ਔਰ ਅੱਗੇ ਕਹਿ ਕੀ ਰਿਹਾ ਰਾਵਤ ਸਾਹਿਬ ਦੀ, ਕੱਲ ਤੁਸੀਂ ਵੀ ਸਟੇਟਮੈਂਟ ਸੁਣੀ ਹੋਣੀ, ਮੈਂ ਇੱਕ ਉਹਦੇ 'ਚੋਂ ਲਾਈਨ ਹੀ ਪੜ੍ਹ ਰਿਹਾ। The CM has been asked to take action
in accordance with public sentiments। कमाल दी गल होगी कि पब्लिक सेंटिमेंट की है कि पब्लिक सेंटिमेंट नहीं, थोड़ा उन्होंने कहण नूं मैनूं लगदा थोड़ा हिचकदे सन कि कांग्रेस MLA सेंटिमेंट या सोनिया गांधी सेंटिमेंट या गांधी परिवार सेंटिमेंट, वो की है कि बादल्स नूं फड़ के श्रोमणी अकाली दल नूं बदनाम करो, SGPC नूं बदनाम करो, श्री अकाल तख्त साहब नूं, श्री हरमंदर साहब ते साडी ਜਿਹੜੀ ਇਹਨਾਂ ਦੀ ਰਾਹੁਲ ਗਾਂਧੀ ਦੀ ਦਾਦੀ ਸੀ ਇੰਦਰਾ ਗਾਂਧੀ, ਉਹਨੇ ਤਾਂ ਟੈਂਕਾਂ ਤੋਪਾਂ ਨਾਲ ਅਟੈਕ ਕੀਤਾ ਤੇ ਮੁੜ ਕੇ ਉਹਦੀ ਬਦਨਾਮੀ ਬੜੀ ਹੋਈ। ਤੁਸੀਂ ਨਵੇਂ ਤਰੀਕੇ ਤੌਰ ਤਰੀਕੇ ਅਪਣਾ ਕੇ श्री अकाल तख्त साहब दे, श्री हरमंदर साहब ते गुरसिखां ते बेअदबी दे मुद्दिआं ते इन्हां सारिआं ते रजवी पॉलिटिक्स करो, साडा होर किसी चीज़ नाल कोई लेना देना नहीं। मैनूं हैरानगी हुई, एक पासे हाई कोर्ट का ऑर्डर आया और हाई कोर्ट के ऑर्डर ने की कुछ कहता कि जिहड़ी पिछली SIT सी, चाहे मैं फिर ऑन रिकॉर्ड आउना ये गल कहण नूं कि मैं ADGP हुण दे DGP प्रबोध कुमार जी और उन्हां दे नाल अरुणपाल जी और उन्हां दे नाल दो सहयोगी अफसर सतिंदर ते भुपिंदर, ਉਹ इस गंदी साजिश ਦਾ पोलिटिसाइजेशन ਦਾ ऑफ अ सेंसिटिव इशू ਦਾ नहीं साथी बनना चाहुंदे सी। ਉਹ आपदे आप उस SIT तो पिछे हट गए, मगर एक बंदा जिन्हें हाई कोर्ट की जो वेखो जज साहब भी उन्हों का तजर्बा कह लो या उन्हों की समझ कह लो, सोच कह लो, कई उन्होंने अंतरजामी भी कह लेंगे। 9 अप्रैल को उन्होंने आपका फैसला सुनाया, 24 अप्रैल को लिखती आया कि यह अफसर विजय प्रताप ये सियासी मंतव ने ये फ्री एंड फेयर प्रोब नहीं कर रहा, ये आपकी IPS अफसर की जो एक जिम्मेवारी होंगी है उन्होंने दागी कर रहा। और वो गल सच हुई जब एक मुख्यमंत्री आवे, वो फोटो पता नहीं तुसी वेखी नहीं वेखी, कोई वड्डे लीडर नूं ज्वाइन करे इतना हथ वो तो जोड़दा वेख्या, केजरीवाल वध चुकिया सी, ਉਹਦਾ ਤਾਂ ਐ ਲੱਗਦਾ ਜਿਵੇਂ ਆਸ਼ੀਰਵਾਦ ਦੇ ਰਿਹਾ कि मैं तेरा काम, ਉਹ कह रहा ਸੀ कि तू मेरा काम करता, ਉਹ ਕਹਿੰਦਾ करता, आ जा फिर पार्टी। ਤੁਸੀਂ इंडियन एक्सप्रैस अखबार की एक फोटो वेखो, बड़ी वधिया उन्होंने वो फोटो मैनू लगी, दैट फोटो सेज इट ऑल कि की राजनीतिकरण हो रहा है। और अज ये दिल्ली सद के एक गल तो स्पष्ट हो गई हुण कि अगले जेडे 6 महीने ने ਉਹਦੇ 'ਚ भावें इनकुआयरी तो चल रही है कोटकपूरे की, मगर उस कोटकपूरे नूं रंगत दिती जानी है सैक्रिलेज की, क्योंकि आ हैडलाइन ही बड़ी स्पष्ट है, बेअदबी सैक्रिलेज। और कहते पब्लिक परसैप्शन, पब्लिक नूं तां मिले नहीं रावत साहब, ये तो कल्ले मिले आ MLA नूं जां मंत्रियां नूं जिन्हां ने स्टेजां चों चढ़ के आख्या सी कि बादलों को फड़ के अंदर दे देंगे। इसलिए इनू करैक्ट मैं कर दिया, नॉट ऑन पब्लिक परसैप्शन, ऑन कांग्रेस MLA परसैप्शन। कांग्रेस की कि इन्हां दी डुबदी बेड़ी डुब ना जावे, काटो कलेश वध ना जावे, इन्हां नू समझ आ गई कांग्रेसियां नू कि 4.5 साल कीता कुछ नहीं, सरकार फेल हुई है। और देखो विधान सभा के अंदर किस तरीके का रजवा झूठ बोलिया गया। यही मंत्री मैं 2-3 हैडलाइन विखाऊंगा तो एक वीडियो विखाऊंगा और नाल बैठे माशे भी विखाऊंगा। अज जाखड़ साहब दिल्ली जाके कह रहे एडवाइजर माड़े सी। 18 मार्च की मैनू लगता तुसी सारिਆਂ ने वो प्रेस कॉन्फ्रेंस हायत होटल च पार्टिसिपेट किया सी, तुसी सारिਆਂ ने लगभग किया सी। उत्थे स्टेज ते कौन कौन बैठा सी, माड़ी जो आ वीडियो वेख लो, जा सारा ही फ्रेम विखा दे यार, जो बाद च विखा दी। I will leave no stone unturned to fulfill every promise that the Congress party has made to the people of Punjab when we started this government. And I will go back to them early next year to seek their blessings once more.
Oh, I will finish everything that I've done, and on this finishing process, let me tell you one thing. We have today completed 85% of our manifesto. This is a record for India. The last time somebody crossed 81%, which was done by Chandrababu Naidu when he was Chief Minister of Andhra Pradesh. आप रोक रहे After हो that, we ਆ ਫੋਟੋ ਮੈਂ ਵਿਖਾ ਰਿਹਾ ਇਹ ਜੇ ਤੂੰ ਉਹ ਪੁਰਾਣੀ ਕੱਢ ਦੇ ਵੀਡੀਓ ਵਿਖਾ ਦੀ ਨਾਲ ਜਾਖੜ ਸਾਹਿਬ ਬੈਠੇ ਆ ਜਾਖੜ ਸਾਹਿਬ ਨਾਲ ਬੈਠੇ ਸੀ ਕਈ ਮੰਤਰੀ ਨਾਲ ਬੈਠੇ ਸੀ ਜਿਨ੍ਹਾਂ ਅਫਸਰਾਂ ਦੇ ਨਾਲ ਹੁਣੇ ਛਿੱਤਰੋ ਛਿੱਤਰੀ ਹੋ ਰਿਹਾ ਆਪਸ 'ਚ ਚਾਹੇ ਉਹ ਚੀਫ ਪ੍ਰਿੰਸੀਪਲ ਸੈਕਟਰੀ ਨੇ ਸੁਰੇਸ਼ ਕੁਮਾਰ ਜੀ ਜਾਂ ਇਹਨਾਂ ਦੇ ਚੀਫ ਸੈਕਟਰੀ ਨੇ ਉਹ ਸਾਰੀ ਸਟੇਜ ਤੇ ਸੀ ਸਾਰੀ ਮੰਤਰੀ ਸਟੇਜ ਤੇ ਸੀ ਆ 18 ਮਾਰਚ ਉਹ ਫੋਟੋ ਵੀ ਸਾਹਮਣੇ ਆ ਗਈ ਇਹ ਸਾਰੀ ਤੁਸੀਂ ਆਪ ਦੀ ਮੈਮਰੀ ਰਿਫਰੈਸ਼ ਕਰ ਲਿਓ ਉੱਥੇ ਕੌਣ ਕੌਣ ਬੈਠਿਆ ਸੀ ਇੱਕ ਵਜ਼ੀਰ ਨੇ ਵੀ ਇਸ ਨੂੰ ਕਾਊਂਟਰ ਨਹੀਂ ਕੀਤਾ ਜਦ ਕਿ ਜਾ ਕੇ ਵਿਧਾਨ ਸਭਾ 'ਚ ਟੇਬਲ ਥਪਥਪਾਏ ਕਿ ਕਪਤਾਨ ਵਰਗਾ ਲੀਡਰ ਨਹੀਂ ਲੱਭ ਸਕਦਾ ਸਾਰੇ ਵਾਅਦੇ ਪੂਰੇ ਕਰਤੇ ਔਰ ਕਹਿੰਦੇ ਰਿਕਾਰਡ ਹੀ ਤੋੜਤਾ ਪਹਿਲਾਂ ਚੰਦਰਾਬਾਬੂ ਨਾਇਡੂ ਜੀ ਕੋਲ ਸੀ ਹੁਣ ਕਪਤਾਨ ਸਾਹਿਬ ਕਹਿੰਦੇ ਮੇਰੇ ਕੋਲ ਆ ਗਿਆ ਕਿ ਕੋਈ ਵਾਅਦਾ ਅਧੂਰਾ ਰਹਿ ਨਹੀਂ ਗਿਆ ਇਹ ਤਾਂ ਇਹਨਾਂ ਦੇ ਪੋਲ ਪ੍ਰੋਮਿਸ ਜਿਹੜਾ ਕੰਮ ਉਦੋਂ ਆਪੋਜੀਸ਼ਨ ਕਹਿੰਦੀ ਸੀ ਕਿ ਇਹ ਝੂਠ ਹੈ ਅੱਜ ਜਦ ਲੋਕਾਂ ਦੇ ਛਿੱਤਰਾਂ ਕੋਲੋਂ ਡਰਦੇ ਅੱਜ ਇਹ ਦਿੱਲੀ ਜਾ ਕੇ ਕਾਂਗਰਸੀ ਕਹਿ ਰਹੇ ਕਿ 4.5 ਸਾਲ ਅਸੀਂ ਕੀਤਾ ਕੱਖ ਨਹੀਂ ਲੋਕਾਂ ਨੂੰ ਗੱਲੀ ਬਾਤੀ ਹਾਂ ਜਾਂ ਵੱਧ ਤੋਂ ਵੱਧ ਆਪਦੇ ਰਿਸ਼ਤੇਦਾਰਾਂ ਨੂੰ ਨੌਕਰੀ ਦਿੱਤੀ ਹੈ ਘਰ ਘਰ ਨੌਕਰੀ 'ਚ ਫੇਲ ਆਪਣੇ ਆ ਹੋਰ ਜਿਹੜੇ ਵਾਅਦੇ ਕੀਤੇ ਸੀ ਘਰ ਘਰ ਨੌਕਰੀ ਇਸੇ ਤਰ੍ਹਾਂ ਕਿਸਾਨੀ ਕਰਜ਼ਾ ਮਾਫੀ ਮੁਲਾਜ਼ਮਾਂ ਦੇ ਮੁੱਦੇ ਮਤਲਬ ਲੰਮੀ ਲਿਸਟ ਹੈ ਉਹ ਸਭ ਸਾਡੇ ਝੂਠੇ ਸਾਬਤ ਹੋ ਰਹੇ ਆ ਔਰ ਇਹ ਸੱਚਾਈ ਸਾਹਮਣੇ ਆ ਰਹੀ ਹੈ ਕਿ ਇਹ ਵੀ ਰੱਬ ਦੇ ਰੰਗ ਨੇ ਜਿਹੜੇ ਪੋਲਿਟਿਕਸ ਕਰਨਾ ਚਾਹੁੰਦੇ ਸੀ ਨਾ ਇਹ ਗੁਰੂ ਮਹਾਰਾਜ ਦੀ ਬਖਸ਼ਿਸ਼ ਕਿਰਪਾ ਹੋਈ ਹੈ ਕਿ ਉਹਨਾਂ ਦੇ ਅਸਲ ਚਿਹਰੇ ਹੁਣ ਆਪੋਜੀਸ਼ਨ ਨਹੀਂ ਉਹਨਾਂ ਦੇ ਆਪ ਕੈਬਨਿਟ ਦੇ ਸਹਿਯੋਗੀ ਜਿਨ੍ਹਾਂ ਨੇ 4.5 ਸਾਲ ਮਲਾਈਆਂ ਖਾਧੀਆਂ ਨੇ ਨਾਲ ਜਿਹੜੇ ਹਰ ਡਿਸੀਜਨ ਦੇ ਭਾਈਵਾਲ ਸਨ ਜਿਹੜੇ ਆਪ ਹਰ ਡਿਸੀਜਨ ਨੂੰ ਮੋਹਰ ਲਾਉਂਦੇ ਸਨ ਅੱਜ ਜਦ ਆਪ ਦੀ ਹਾਰ ਸਾਹਮਣੇ ਦਿਸ ਰਹੀ ਹੈ ਤੇ ਜਾ ਕੇ ਆਪੋਜੀਸ਼ਨ ਦਾ ਰੋਲ ਉੱਥੇ ਦਿੱਲੀ ਜਾ ਕੇ ਅਦਾ ਕਰ ਰਹੇ ਆ ਦੂਜੀ ਗੱਲ ਮੇਰੇ ਵੀਰੋ ਹਾਂ ਮੈਂ ਜਿਹੜੀ ਇਹਦੇ 'ਚ ਇੱਕ ਇੰਪੋਰਟੈਂਟ ਗੱਲ ਜਿਹੜੀ ਫੇਰ ਰਿਪੀਟ ਕਰਦੇ ਆ for the sake of repetition ਮਗਰ to make my point amply clear ਵੇਖੋ ਇੱਕ ਗੱਲ ਸਮਝ ਆ ਗਈ ਆ ਔਰ ਮੇਰੇ ਕੋਲ ਜਿਹੜੇ ਅੰਦਰਲੇ ਸੂਤਰ ਮੇਰੇ ਕਹਿੰਦੇ ਮੈਂ ਤੁਹਾਨੂੰ ਪਹਿਲਾਂ ਵੀ ਇੱਕ ਅੰਦਰਲੇ ਸੂਤਰਾਂ ਦੀ ਗੱਲ ਕੀਤੀ ਸੀ ਕਿ ਕੁੰਵਰ ਵਿਜੇ ਪ੍ਰਤਾਪ ਆਪ 'ਚ ਜਾਊਗਾ ਔਰ ਉਹ ਗਿਆ ਔਰ ਮੈਂ ਅਪ੍ਰੈਲ 'ਚ ਕਹੀ ਸੀ ਗਿਆ ਹੁਣ ਅੱਜ ਮੈਂ ਤੁਹਾਨੂੰ ਦੱਸ ਰਿਹਾ ਕਿ ਮੇਰੇ ਕੋਲ ਜੋ ਖਬਰ ਮਿਲੀ ਹੈ ਕਿਉਂਕਿ ਕਾਂਗਰਸ ਦੀ ਪਰਫਾਰਮੈਂਸ ਜ਼ੀਰੋ ਰਹੀ ਹੈ ਕਾਂਗਰਸ ਦੇ ਵਜ਼ੀਰ ਮੰਤਰੀ ਸਾਰੇ ਦਿੱਲੀ ਤੇ ਲੋਕ ਸੜਕਾਂ ਤੇ ਨੇ ਤਰਾ ਕਰ ਰਹੇ ਆ ਇਸ ਲਈ ਇੱਕ ਜ਼ਿੰਮੇਵਾਰੀ ਜੋ ਦਿੱਲੀ ਕਮਿਟਮੈਂਟ ਹੋਈ ਹੈ ਹੁਣ ਦਿੱਲੀ ਦਰਬਾਰ ਤੇ ਉਹ ਇਹ ਹੋਈ ਹੈ ਕਿ ਜਿਵੇਂ ਇੰਦਰਾ ਗਾਂਧੀ ਨੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਨੂੰ ਅੰਦਰ ਦਿੱਤਾ ਸੀ ਐਮਰਜੈਂਸੀ 'ਚ ਜਾਂ ਮੁੜ ਕੇ 84 ਵੇਲੇ ਅੱਜ ਕਮਿਟਮੈਂਟ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਕੋਲ ਹੋਈ ਹੈ ਕਿ ਮੈਂ ਬੜੀ ਜਲਦ ਬਾਦਲ ਪਰਿਵਾਰ ਦੇ ਮੈਂਬਰਾਂ ਨੂੰ ਭਾਵੇਂ ਸੱਚਾ ਝੂਠਾ ਪਰਚਾ ਦੇ ਕੇ ਪੋਲੀਟੀਕਲ ਵੈਂਡੇਟਾ ਕਰਨਾ ਪਵੇ ਜੋ ਕਰਨਾ ਪਵੇ ਆ ਤੁਹਾਨੂੰ ਆ ਜਿਹੜੀ ਡੈਡਲਾਈਨ ਸੈੱਟ ਹੋਈ ਹੈ ਵਿਦਿਨ ਦਿਸ ਮੰਥ ਜਾਂ ਅਗਲੇ ਮਹੀਨੇ ਅੰਦਰ ਦੇ ਦਿਆਂਗਾ ਔਰ ਉਹ ਗੱਲ ਚਾਹੇ ਠੀਕ ਹੈ ਅੰਦਰ ਦੇਣਾ ਬੜਾ ਸੌਖਾ ਇੱਕ ਵਾਰੀ ਨਹੀਂ ਅਨੇਕਾਂ ਵਾਰੀ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਅੰਦਰ ਗਏ ਆ ਬਾਦਲ ਸਾਹਿਬ ਲੰਮਾ ਸਮਾਂ ਜੇਲ੍ਹ 'ਚ ਰਹੇ ਆ ਮਗਰ ਜਿੱਤ ਅਖੀਰ 'ਚ ਸੱਚਾਈ ਦੀ ਹੋਊ ਔਰ ਜਿੱਤ ਕੋਟਾ 'ਚ ਸਾਨੂੰ ਪੂਰਾ ਵਿਸ਼ਵਾਸ ਹੈ ਔਰ ਜਾ ਕੇ ਜਿਹੜੇ ਅਫਸਰ ਇਹਨਾਂ ਦੇ ਹੱਥ ਦੀਆਂ ਕਠਪੁਤਲੀਆਂ ਬਣਨਗੀਆਂ ਇਹਨਾਂ ਦੇ ਹੱਥਾਂ ਤੇ ਖੇਡਣਗੀਆਂ ਫਿਰ ਆਉਣ ਵਾਲੇ ਸਮੇਂ 'ਚ ਉਹ ਵੀ ਆਪ ਦਾ ਹਿਸਾਬ ਲਾਉਂਦੇ ਰਹਿਣ ਮੈਂ ਹੁਣ ਮੋਟੀ ਜੀ ਗੱਲ ਇੱਕ ਹੋਰ ਦੱਸ ਦਿਆਂ ਤੁਹਾਨੂੰ ਦੇਖੋ ਬਾਦਲ ਸਾਹਿਬ ਦੀ ਉਸ ਦਿਨ ਇਨਵੈਸਟੀਗੇਸ਼ਨ ਸੀ ਅੱਜ ਮੈਂ ਫੋਟੋ ਵਿਖਾਈ ਦਿੰਦਾ ਮੈਂ ਪਹਿਲਾਂ ਵਿਖਾਈ ਨਹੀਂ ਸੀ ਇੱਕ ਅਫਸਰ ਵਿੱਚ ਵੜ ਗਿਆ SIT ਦੇ
ਵਿਜੇ ਸਿੰਗਲਾ ਜਿਹੜਾ ਰਿਟਾਇਰਡ ਹੋ ਗਿਆ, ਪ੍ਰੋਸੀਕਿਊਸ਼ਨ ਡੀਏ ਪ੍ਰੋਸੀਕਿਊਸ਼ਨ ਸੀ, ਐਸਆਈਟੀ ਕਿਹਦੀ ਬਣੀ ਆ? LK ਯਾਦਵ ਜੀ। ਮੈਂ ਉਹਨਾਂ ਬਾਰੇ ਹਾਲੇ ਕੋਈ ਟਿੱਪਣੀ ਨਹੀਂ ਕਰਦਾ ਕਿਉਂਕਿ ਉਹਨਾਂ ਦੀ ਰਿਪੋਰਟ ਨਹੀਂ ਆਈ, ਮਗਰ ਸ਼ੱਕ ਦੇ ਘੇਰੇ 'ਚ ਜ਼ਰੂਰ ਇਹ ਆਉਂਦੇ ਆ ਕਿ ਸਭ ਤੋਂ ਜੂਨੀਅਰ ਮੋਸਟ ADGP ਨੂੰ ਲਾਇਆ। ਇੱਕ ਦਿਨ ਪਹਿਲਾਂ IG ਸਨ, ਰਾਤੋਂ ਰਾਤ ਪ੍ਰਮੋਟ ਕੀਤਾ, ਅਗਲੇ ਦਿਨ ਉਹਨੂੰ ਹੈੱਡ ਲਾਤਾ। ਮਗਰ ਚਲੋ, ਕਿਉਂਕਿ ਮੈਂ ਅਫਸਰ ਤੇ ਹਲੇ ਵੀ ਭਰੋਸਾ ਕਰਦਾ, ਕੱਲ੍ਹ ਜਿਹੜੀ ਚੋਣ ਹੋਈ ਸੀ ਉਹਦੇ ਤੇ ਜ਼ਰੂਰ ਲੋਕਾਂ ਦੇ ਸਵਾਲ ਉਠਾਏ ਆ, ਕਿਉਂਕਿ ADGP ਹੋਰ ਵੀ ਸਨ, ਸੀਨੀਅਰ ADGP ਸਨ, ਮਗਰ ਉਹਨਾਂ ਨੂੰ ਕਾਬਿਲ ਨਹੀਂ ਸਮਝਿਆ ਗਿਆ ਔਰ ਉਹਨਾਂ ਨੂੰ SIT 'ਚ ਉਹ ਸੀ, ਇੱਕ ਅਗਰਵਾਲ ਸਾਹਿਬ ਸੀ ਤੇ ਇੱਕ ਤੁਹਾਡੇ ਆਪਣੇ ਸਾਥ ਸੁਰਜੀਤ ਸਿੰਘ ਸਨ। ਇਹ ਮੈਨੂੰ ਇਹ ਨਹੀਂ ਸਮਝ ਆਈ ਕਿ ਇੱਕ ਅਫਸਰ ਵਿਜੇ ਸਿੰਗਲਾ DA ਪ੍ਰੋਸੀਕਿਊਸ਼ਨ, ਜੁਆਇੰਟ ਡਾਇਰੈਕਟਰ ਪ੍ਰੋਸੀਕਿਊਸ਼ਨ, ਔਰ ਬੜੀ ਧਿਆਨ ਨਾਲ ਗੱਲ ਸੁਣਿਓ ਜੀ, ਵਿਜੀਲੈਂਸ ਡਿਪਾਰਟਮੈਂਟ, ਵਿਜੀਲੈਂਸ ਦਾ ਕੋਈ ਕੰਮ ਹੈ ਇਹਦੇ 'ਚ? ਨਹੀਂ। ਵਿਜੀਲੈਂਸ ਕਿੱਥੋਂ ਆਈ ਹੈ? ਕਿਉਂਕਿ ਉੱਪਲ ਨਾਲ ਵੀ ਇੱਕ ਫੈਸਲਾ ਹੋਇਆ, BK ਉੱਪਲ ਜੀ ਨੇ ਪਹਿਲਾਂ ਵੀ ਬੜੇ ਸਾਡੇ ਤੇ ਵਾਧੂ ਘਾਟੂ ਕੇਸ ਕੀਤੇ ਤੇ ਫਿਰ ਪਰਜਰੀ ਤੋਂ ਮਸਾ ਬਚਿਆ ਉੱਥੇ ਸਾਡੇ ਹਾਈ ਕੋਰਟ 'ਚ। ਉਹ ਫਿਰ ਇਸ ਗੇਮ 'ਚ ਸਾਰੇ ਸ਼ਾਮਿਲ ਹੈ ਔਰ ਇੱਕ ਭਰਤਿੰਦਰ ਚਹਿਲ, ਉਹਨਾਂ ਦੇ ਨਾਲ ਜਿਹੜੇ ਵਕੀਲ ਕੰਮ ਕਰਦੇ ਉਹ ਨਾਲ ਆਏ ਔਰ ਸਵਾਲ ਜਵਾਬ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਨੂੰ ਪੁੱਛਣ ਲੱਗੇ। ਜਦੋਂ ਬਾਦਲ ਸਾਹਿਬ ਨੇ ਕਿਹਾ ਕਿ ਕਾਕਾ ਮੈਂ ਤੈਨੂੰ ਤਾਂ ਪਛਾਣਿਆ ਨਹੀਂ, ਮੈਂਬਰ ਤਾਂ 3 ਸੀ SIT ਦੇ, ਇਹ ਨਵੇਂ ਕਿੱਥੋਂ ਜੰਮ ਪਏ? ਤੇ ਫਿਰ ਜਦ ਅਸੀਂ ਉਹਨਾਂ ਦੀ ਤਹਿਕੀਕਾਤ ਕੀਤੀ, ਵਿਜੀਲੈਂਸ ਡਿਪਾਰਟਮੈਂਟ ਦੇ ਕਈ ਅਫਸਰ ਔਰ ਇਹ ਫਿਰ ਮੈਂ ਆ ਜਿਹੜੇ ਜਹਾਂ ਆਪਣਾ ਸਿੰਗਲਾ ਜੀ ਨੇ ਉਹਨਾਂ ਨੂੰ ਮੈਂ ਨਾਲ ਬਿਠਾ ਲਿਆ। ਮੈਂ ਕਿਹਾ ਮਿੱਤਰਾ ਐ ਤਾਂ ਤੂੰ ਮੁੱਕਰ ਜਾਣਾ ਮੇਰੇ ਕੋਲ, ਆਪਾਂ ਇੱਕ ਸੈਲਫੀ ਲੈ ਲਈਏ ਕਿ ਕੱਲ ਹਾਈ ਕੋਰਟ ਜਾਣਾ ਪਿਆ ਤੇ ਮੈਂ ਰਿਕਾਰਡ ਵਿਖਾ ਦੂੰ ਤੁਹਾਡਾ। ਆਹ ਸੈਲਫੀ ਮੈਂ ਲਈ ਬਿਠਾ ਕੇ, ਫਿਰ ਕਿਉਂਕਿ ਇਹ ਜੇ ਮੁੱਕਰਦੇ ਵੀ ਮਿੰਟੋ ਮਿੰਟੀ ਆ ਕਿ ਅਸੀਂ ਤਾਂ ਗਏ ਨਹੀਂ ਸੀ। ਹੁਣ ਮਜੀਠੀਏ ਨੂੰ ਤਾਂ ਜਦ ਪੁੱਛੂ ਕੋਰਟ ਤਾਂ ਮੈਂ ਦੱਸੂ ਕਿੱਥੇ ਬੈਠਿਆ, ਬਾਲ ਸਾਹਿਬ ਦੇ ਘਰ ਦੀ ਫੋਟੋ ਹੈ, ਧਿਆਨ ਨਾਲ ਵੇਖ ਲਓ, ਜਿਹੜਾ ਉਹ ਦਫ਼ਤਰ ਵਾਲਾ ਕਮਰਾ ਅੱਜ ਤੇ ਮੈਂ ਤੈਨੂੰ ਭੇਜ ਦਿੰਦਾ, ਭਰਾ ਤੂੰ ਵਿਖਾ ਦੇ। ਸੁਰਜੀਤ ਸਿੰਘ ਉਹਦੇ ਨਾਲ ਉਹ ਜਿਹੜੇ ਸਰਦਾਰ ਜੀ ਨੇ, ਇਹ ਮੈਂ ਦੱਸਿਆ, ਇਹ ਨੇ ਆਪਣਾ ਜਤਿੰਦਰਬੀਰ ਸਿੰਘ, ਜਿਹੜੇ ਜੁਆਇੰਟ ਡਾਇਰੈਕਟਰ ਪ੍ਰੋਸੀਕਿਊਸ਼ਨ ਵਿਜੀਲੈਂਸ ਡਿਪਾਰਟਮੈਂਟ। ਇਹ ਕੀ ਲੈਣ ਆਏ? ਇਹ ਕੀ ਕਰਮ ਕਰਨ ਆਏ? ਮੇਰਾ ਕਹਿਣ ਦਾ ਭਾਵ ਕਿ ਪੋਲਿਟਿਕਸ ਸ਼ੁਰੂ ਹੋ ਗਈ ਹੈ। ਔਰ ਇੱਕ ਦੇਵਦੱਤ ਜੀ DA, ਦੇਖੋ DA ਦਾ ਕੰਮ ਜਾਂ ਵਕੀਲਾਂ ਦਾ ਕੰਮ SIT ਨੇ ਆਪ ਦੀ ਪੁਲਿਸ ਨੇ ਇਨਕੁਆਇਰੀ ਕਰਨੀ ਹੈ, ਪੁਲਿਸ ਦੀ ਇਨਕੁਆਇਰੀ ਤੋਂ ਬਾਅਦ ਕੇਸ ਕੋਰਟ 'ਚ ਜਾਣਾ, ਫਿਰ DA ਦਾ ਕੰਮ ਸ਼ੁਰੂ ਹੁੰਦਾ ਹੈ। ਮਗਰ ਇੱਥੇ ਕਿਉਂਕਿ ਸਾਜ਼ਿਸ਼ ਬਣਾਉਣੀ ਹੈ, ਸਾਜ਼ਿਸ਼ ਕਰਤਾ ਬਣ ਗਏ ਇਹ, ਇਹਨਾਂ ਨੇ ਆਪ ਦੀ ਮਨਘੜਤ ਕਹਾਣੀ ਬਣਾਉਣੀ ਹੈ, ਉਹਦੇ ਕਰਕੇ ਇਹਨਾਂ DA ਨੂੰ ਪਹਿਲਾਂ ਹੀ ਨਾਲ ਸ਼ਾਮਿਲ ਕਰ ਲਿਆ ਕਿ ਪਿਛਲੀ ਵਾਰੀ ਵਿਜੇ ਪ੍ਰਤਾਪ ਵਾਲੀ ਮਾਰ ਨਾ ਪੈ ਜੇ, ਪਹਿਲਾਂ ਹੀ ਤੁਹਾਡੇ ਨੂੰ ਵਕੀਲ ਦੀ ਸਲਾਹ ਨਾਲ ਹੀ ਸਭ ਕੁਝ ਕਰਾਂਗੇ, ਸੱਚ ਤਾਂ ਲੋੜ ਹੀ ਨਹੀਂ। ਇਸ ਲਈ ਬਾਦਲ ਸਾਹਿਬ ਨੇ ਉਸ ਦਿਨ ਡਿਮਾਂਡ ਕੀਤਾ ਕਿ ਇਸ ਗੱਲ ਦੀ ਜਾਂਚ ਹੋਵੇ ਔਰ ਜਾਂਚ ਕੇਵਲ ਇਹ ਨਾ ਹੋਵੇ ਕਿ ਇਸ ਜਾਂਚ 'ਚ ਜੋਨੀ ਹੋ ਰਹੀ ਆ, ਉਸ ਗੱਲ ਦੀ ਜਾਂਚ ਇਹ ਵੀ ਹੋਵੇ ਕਿ ਇਹ ਸਾਰੀ ਸਾਜ਼ਿਸ਼ਾਂ ਪਿੱਛੇ ਕੌਣ ਕੌਣ ਸ਼ਾਮਿਲ ਆ। ਮੈਂ ਫੋਟੋ ਭੇਜਤੀ, ਉਹਨੂੰ ਮੁੰਡੇ ਨੂੰ ਭੇਜਤੀ, ਆ ਤੁਹਾਨੂੰ ਸਕਰੀਨ ਤੇ ਹੀ ਵਿਖਾ ਦਿੰਦਾ। ਮੈਂ ਅਗਲੀ ਗੱਲ ਤੇ ਆ ਜਾ ਕਿ ਜਾਂਚ ਇਸ ਲਈ ਵੀ ਜ਼ਰੂਰੀ ਹੈ ਕਿਉਂਕਿ ਨੁਕਸਾਨ ਤਾਂ ਉਸ ਵੇਲੇ ਦੀ ਸਰਕਾਰ ਦਾ ਹੋਇਆ ਔਰ ਫਾਇਦਾ ਕਿਹਨੇ ਖੱਟਿਆ? ਆਪ ਪਾਰਟੀ ਨੇ ਤੇ ਜਾਂ ਕਾਂਗਰਸ ਨੇ। ਇਸ ਲਈ ਇਹ ਬੜਾ ਜ਼ਰੂਰੀ ਹੈ ਕਿ ਜਿਹੜੇ ਕਹਿੰਦੇ ਨਾ ਨਾਰਕੋ ਟੈਸਟ ਹੋਵੇ, ਮੈਂ ਤਾਂ ਕਹਿੰਦਾ ਲਾਈਨ 'ਚ ਖੜੇ ਕਰ ਦਿਓ ਇਹ ਸਾਰੇ SIT ਦੇ ਮੈਂਬਰ ਵੀ, ਇਹ ਮੁੱਖ ਮੰਤਰੀ ਦੋਵੇਂ, ਇਹਨਾਂ ਦੇ ਵਜ਼ੀਰ ਤੇ ਭਾਵੇਂ ਸਾਡਿਆਂ ਨੂੰ ਲੈ ਲਿਓ ਵਿੱਚ, ਸਭ ਦੇ ਕਰੋ ਤੇ ਫਿਰ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਓ। ਔਰ ਮੈਂ ਅੱਜ ਫੇਰ ਕਹਿਣਾ, ਰੱਬ ਸੱਚੇ ਪਾਤਸ਼ਾਹ ਨੂੰ ਇਹਨਾਂ ਲੋਕਾਂ ਨੇ ਕੀ ਇਨਸਾਫ ਦੇਣਾ? ਪ੍ਰਮਾਤਮਾ ਆਪ ਇਨਸਾਫ ਕਰਦਾ, ਮਗਰ ਸੱਚੇ ਪਾਤਸ਼ਾਹ ਦੇ ਰੰਗ ਗੁਰੂ ਮਹਾਰਾਜ ਨੇ ਇਹ ਜੀ ਕਿਰਪਾ ਕਰਨੀ ਆ, ਇਹ ਜੀ ਲੀਲਾ ਵਰਤਨੀ, ਇਹ ਜਾਂ ਖੇਡ ਵਰਤਣਾ ਕਿ ਜਿਹੜੇ ਪੋਲਿਟਿਕਸ ਕਰਦੇ ਆ
ਉਹ ਫੇਲ ਵੀ ਹੋਣਗੇ ਤੇ ਚਿਹਰੇ ਵੀ ਨੰਗੇ ਹੋਣਗੇ। ਦੂਜੀ ਗੱਲ ਵੇਖੋ, ਸਭ ਤੋਂ ਵੱਡਾ ਮੁੱਦਾ ਜਿੱਥੇ ਮੈਂ ਇਹ ਗੱਲ ਤਾਂ ਤੁਹਾਨੂੰ ਦੱਸ ਹੀ ਦਿੱਤੀ, ਸੈਕਰੇਲੇਜ ਨੂੰ ਕਿਵੇਂ ਪੋਲਿਟਿਸਾਈਜ਼ ਕਰਨਾ ਚਾਹੁੰਦੇ ਆ, ਕਿਵੇਂ ਇਸ ਇਸ਼ੂ ਨੂੰ ਵਰਤਣਾ ਚਾਹੁੰਦੇ ਆ। ਚਲੋ ਇਹ ਗੱਲ ਅਸੀਂ ਜਦੋਂ ਜਿਵੇਂ ਲੜਾਈ ਬਣੂਗੀ ਉਹ ਲੜਾਈ ਲੜਾਂਗੇ, ਮਗਰ ਮੈਂ ਤੁਹਾਨੂੰ ਦੱਸ ਦਿਆਂ, ਮੈਂ ਫੇਰ ਫॉर द ਸੇਕ ਆਫ ਰੈਪੂਟੇਸ਼ਨ ਕਹਿ ਰਿਹਾ ਕਿ ਅਗਲੇ ਕੁਝ ਦਿਨਾਂ 'ਚ ਇਹ ਕੈਪਟਨ ਨੂੰ ਜੇ ਆਪਦੀ ਕੁਰਸੀ ਬਚਾਉਣੀ ਹੈ ਤੇ ਦਿੱਲੀ ਗਾਂਧੀ ਪਰਿਵਾਰ ਦਾ ਹੁਕਮ ਹੈ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਪਰਿਵਾਰ ਚੋਂ ਅੰਦਰ ਦੇ ਦੀ, ਨਹੀਂ ਤਾਂ ਤੇਰੀ ਕੁਰਸੀ ਨਹੀਂ ਬਚਣੀ। ਮਤਲਬ ਹੁਣ ਇਨਸਾਫ ਸੱਚਾਈ ਦੀ ਤਾਂ ਗੱਲ ਨਹੀਂ ਹੋਣੀ, ਹੁਣ ਸਿਆਸਤ ਹੋਣੀ ਹੈ ਵੱਡੀ। ਦੂਜੀ ਗੱਲ ਵੇਖੋ, ਪੇ ਕਮਿਸ਼ਨ ਲਾਗੂ ਹੋਇਆ ਔਰ ਹੁਣ ਮੈਂ ਇੱਕ ਵੀਡੀਓ ਵਿਖਾ ਦਿਆਂ, ਜਸ ਬੇਅਰ ਵਿਦ ਮੀ। ਉਹ ਜਿਹੜਾ ਖਜ਼ਾਨਾ ਮੰਤਰੀ ਸਾਹਿਬ ਦੀ ਵੀਡੀਓ ਵਿਖਾਈ, ਬੜੀ ਨਜ਼ਾਰੇਦਾਰ। आपके दरमियान में आके जितने भी सफाई सेवक कर्मचारी हैं, मैं आपके दरमियान में आके एक तो आपका धन्यवाद करूं, और ये मेरी तरफ से नहीं, ये पंजाब की जनता की तरफ से और पंजाब की सरकार की तरफ से। लोग घरों में बैठ, ये टाइम गुजर गया। मेरा आपसे वादा है कि जैसे फौज में लड़ाई के बाद फिर तगमे तकसीम करते हैं, बहादुरी, तो गवर्नमेंट जो है वो आपको तगमे तकसीम करेगी। तो मैं आज इस मौके पे आप सबको गवर्नमेंट की तरफ से सैल्यूट करना है, सबको सैल्यूट। और आपका सारी पंजाब की तगमे तो तकसीम कर ही दिते, पे कमिशन लागू करती, नाले सलूट करता, नाले तगमे तकसीम करते कि जेड़े साडे डी क्लास दा 4th क्लास मुलाजम ने सब तो वड्डी मार उन्हां नूं मारी। जिन्ने भी सफाई कर्मचारी रहे, अखबार ते मैं कटिंग ही लिआया तुहानूं पढ़ाई देवां। अज दी अखबार है, हज़ारां वोकेशनल अध्यापकां ने मोती महल वल कड्डी हल्ला बोल रैली। अगला की है जी, इत्थे तनख्वाह कमिशन दियां सिफारिश के विरुद्ध विच सकत्रेत मुलाजम कीती हड़ताल, मुलाजमां वल्लों काम ठप्प करके दफ्तरां विचों कीता गया वॉकआउट। दर्जा 4 मुलाजम ने मोती महल वलकतियां वहीरा। ये खबरां सारे मुलाजम की कह रहे हैं कि ये जिहड़ा प्रेजेंट पे कमिशन है, इस तो वड्डा धोखा साडे नाल हो नहीं सकता। पंजाब सूबा कला सूबा जिथे 2 पे कमिशन लागू करते गए हैं। सानू इस गल का मान सी कि बादल साहब ने पंजाब पे कमिशन आई वारी लागू किया और एंपलॉइज दियां मुश्किलातां नूं ध्यान च रखदे होए इन्हां एंपलॉइज की सुनवाई की। मौजूदा खजाना मंत्री ने यह फैसला कर लिया कि असी तो भाजपा के इशारे नचांगे, जो भाजपा कहू असी वो काम करांगे। और इन्होंने सेंट्रल पे कमिशन कई एंपलॉइज ते लागू करता और जेड़े वाधा सी 2.59% वाधा कहंदे जो होना चाहिए सी होया नहीं, 2.25% वाधा होया पे स्केल च। हज़ारां करोड़ रुपए का नुकसान मुलाजमां दा करता है। कोई जथेबंदी यह जी नहीं जिहड़ी अज इन्हां दे खिलाफ अज धरने ते ना होण। हुण मैं मोटे तौर पर दस दिया, देखो ये होर इन्हां ने कीता सी, डॉक्टरां नूं बड़े सलूट मारे सी ना कोविड टाइम्स ते तां आ विचारे सी, जां तां साडे सफाई सेवक जां पुलिस सी ते जां डॉक्टर ते हैल्थ स्टाफ सी, सारी मुलाजम अज दी अखबार च लिख लिया है, डॉक्टर्स प्रोटेस्ट पे कमिशन रिपोर्ट ऑफर मास रेजिग्नेशन। उहदे च केड़े आ गए, जॉइंट पंजाब इहदे च आ गए, कॉल फॉर गिवन बाय जॉइंट पंजाब गवर्नमेंट डॉक्टर कोऑर्डिनेशन कमेटी। जी च केड़े आ गए, पंजाब सिविल मेडिकल सर्विसेज एसोसिएशन, पंजाब स्टेट वेटनरी ऑफिसर्स एसोसिएशन, पंजाब मेडिकल टीचर्स एसोसिएशन,
रूरल मेडिकल ऑफिसर्स एसोसीएशन, डेंटल मेडिकल ऑफिसर्स एसोसीएशन, पंजाब आयुर्वेदा ऑफिसर्स एसोसीएशन, इन्हां सारिਆਂ ही ने कोई रही नहीं गया मैनूं लगदा जिन्हें यह कहा होवे कि असी इस पे कमीशन तो सैटिस्फाइड है। इस तरह पटवारी ते कानूगो एसोसीएशन, नंबरदार एसोसीएशन, दर्जा 4 मुलाजम एसोसीएशन, टीचर जिन्नियां भी उन्हां दी अध्यापकों दी एसोसीएशनां ने सारियां ने धरना देता है। मैनूं तां समझ नहीं आ रही कि ये तगमे की देने सी, सलाम की करना सी, रगड़ वाले करते आ पे कमीशन ने। और मुलाजम दियां चीकां इन्हां ने ਜਿਹੜੀ ਇਹਨਾਂ ਨੂੰ ਔਖੇ ਕਰਨ ਦਾ ਕੰਮ ਕੀਤਾ। ਮੁਲਾਜ਼ਮ ਹੁਣ ਚੀਕਾਂ ਸਰਕਾਰ ਦੀ ਕਢਾਊਗੀ। ਇਹਨਾਂ ਨੇ ਤਾਂ ਕਰ ਲਿਆ ਆਪਣਾ ਜੋ ਕਰਨਾ, ਮੁਲਾਜ਼ਮਾਂ ਦੀ ਇਹ ਚੀਕਾਂ ਨਹੀਂ ਕਢਾ ਸਕਦੇ। ਮਗਰ ਜਿਹੜੀ ਰੀੜ੍ਹ ਦੀ ਹੱਡੀ ਹੈ ਪੰਜਾਬ ਦੇ ਸੂਬੇ ਦੀ, ਉਸ ਨੂੰ ਅਪਮਾਨਿਤ ਕਰਨ ਦਾ ਕੰਮ ਕੀਤਾ। ਉਹ ਅਸਲ ਜਗ੍ਹਾ ਆਪਣੀ ਇਸ ਸਰਕਾਰ ਨੂੰ ਆਉਣ ਵਾਲੇ ਸਮੇਂ 'ਚ ਦੱਸਣ ਦਾ ਕੰਮ ਕਰਨਗੇ। ਉਹਨਾਂ ਨੇ ਐਲਾਨ ਨਹੀਂ ਕਰਤਾ। ਮੇਰੇ ਵੀਰੋ, ਮੈਂ ਲਾਸਟ ਗੱਲ ਕਹਿ ਕੇ ਆਪ ਦੀ ਗੱਲ समाप्त करांगा। अज मैं हैरान हो गया कि उन्होंने करोड़ापति अरबापति MLA ने प्रेस कॉन्फ्रेंस की और वो कहते मैं तो आपकी नौकरी छड्डदा। गल च गूठ दे के छड़ा ली पंजाबियों ने। तू किते छड्डदा सी? गड्डी 4 करोड़ जिवें तृप्त बाजवा जी कहते कि 4 करोड़ गड्डी ते चढ़ के उन्हें इंस्पैक्टर की सर्विस करना होगा। वो कहता मैं तो देश की सेवा करनी सी, मैं रील च भी करता सी, रियल लाइफ च भी करता सी। वो इन्होंने छड़ाती। ਹੁਣ ਉਹਨੇ ਅੱਗੇ ਡਿਮਾਂਡ ਰੱਖਤੀ। ਉਹ ਕਹਿੰਦਾ ਹੁਣ ਤ੍ਰਿਪਤ ਆਪਦੇ ਮੁੰਡੇ ਦੀ ਵੀ ਵਾਪਸ ਲਵੇ, ਸੁੱਖ ਆਪਣੇ ਮੁੰਡੇ ਦੀ ਲਵੇ, ਤੇ ਜਾਖੜ ਆਪਦੇ ਭਤੀਜੇ ਨੂੰ ਜਿਹੜੇ ਬੈਨੀਫਿਟ ਦਿੱਤੇ ਉਹਨੇ ਇੱਕ ਦੂਜੇ ਦਾ ਦੱਸ ਰਿਹਾ ਕਿ ਅਸੀਂ ਘਰ ਘਰ ਨੌਕਰੀ ਤਾਂ ਨਹੀਂ ਦੇ ਪਾਏ, ਮਗਰ ਜਿਹੜਾ ਇੱਕ ਦੂਜੇ ਵਜ਼ੀਰਾਂ MLA ਨੂੰ ਘਰ ਘਰ ਨੌਕਰੀ ਦਿੱਤੀ ਸੀ ਉਹਨਾਂ ਦਾ ਪੋਲ ਖੋਲ ਸ਼ੁਰੂ ਹੋ ਗਿਆ ਤੇ ਕਹਿੰਦੇ ਉਹ ਵਾਪਸ ਕਰੋ। ਕਹਿਣ ਦਾ ਭਾਵ 4.5 ਸਾਲ ਜਿਹੜਾ ਰਜਵਾ ਝੂਠ ਵਿਧਾਨ ਸਭਾ ਜਿਹਨੂੰ ਪਵਿੱਤਰ ਮੰਦਿਰ ਕਹਿੰਦੇ ਅਸੀਂ, जिथे मारते सी, अज रब दे रंग वेख लो किड्डी अपार बख्शिश हो रही है कि आपस च दसी जाते एक दूजे ते नाले छितरो छितरी होई जाते। ये जिन्होंने कौन कांग्रेस नूं इस ICU चो कौन कड्डू? मैनूं लगदा तनख्वाहां तां दित्तियां ने, किसी डॉक्टर ने भी इन्हां दा इलाज नहीं करना। नाले वड्डे तो वड्डे फौजी नूं लिआउण भावें अमरीका तो भी हत्थ खड़े कर जूगा कि कांग्रेस दा इलाज करना नामुमकिन है, इन्हां दा इलाज हो ही नहीं सकता, बियॉन्ड रिपेयर। तुहाडे कोल सवाल जी? अकाली दल में कोई शहीद हुआ है तो कहते हैं प्लेन पेपर निकले, इसमें किसी का एक बंदे का भी नाम नहीं है। इवन उन्होंने गूगल पे भी किया था। ऐसे है, श्रोमणी अकाली दल ने, और हम बड़े इस बात में क्लियर है, विधानसभा के सेशन के दौरान, और एक और लिस्ट हम भेज रहे हैं कैप्टन अमरिंदर सिंह को। श्रोमणी अकाली दल के किसी लीडर को कोई बेनिफिट की जरूरत नहीं। बेनिफिट अगर देना है, श्रोमणी अकाली दल की पहली मांग है जो 2000 किसान खुदकुशी कर गए हैं किसानी कर्जे करके, और जिनके साथ इनका चोन मैनिफेस्टो राहुल गांधी का वायदा सी, उसनूं दिओ। श्रोमणी अकाली दल सैटिस्फाइड। उस तो बाद 400 तो वध किसान जिहड़ा बार्डरां ते बैठा सिंगू टिकरी च शहीद हो गया, उन्हां दे परिवारां नूं दिओ नौकरी, ते श्रोमणी अकाली दल सैटिस्फाइड है। कच्चे मुलाजमां नूं पक्के करन दा पहली कैबिनेट च वायदा सी, ਉਹਨਾਂ ਨੂੰ ਪੱਕੇ ਕਰ ਦਿਓ। ਸ਼੍ਰੋਮਣੀ ਅਕਾਲੀ ਦਲ ਸੈਟੀਸਫਾਈਡ ਹੈ। ਜਿਹੜੇ 올림픽ਸ 'ਚ ਖੇਡਾਂ 'ਚ ਮੈਡਲ ਜਿੱਤੇ ਆ ਜਾਂ ਪੈਰਾ 올림픽 ਖਿਡਾਰੀ ਨੇ, ਉਹਨਾਂ ਨੂੰ ਨੌਕਰੀ ਦਿਓ। ਤੇ ਸ਼੍ਰੋਮਣੀ ਅਕਾਲੀ ਦਲ ਦੀ ਲਿਸਟ ਸਮਝੋ ਮਨਜ਼ੂਰ ਹੋ ਗਈ ਆ, ਮਗਰ ਉਹਨਾਂ ਨੂੰ ਦੇਣਾ ਤਾਂ ਕਿੱਥੇ ਆ? ਆਹ ਇਕੱਲੇ ਜਾਂ ਆ ਬਾਜਵਾ ਦੇ ਮੁੰਡੇ ਨੂੰ ਮਿਲ ਜੂ, ਜਾਂ ਉਹ ਬੇਅੰਤ ਸਿੰਘ ਬੋਚੜ ਦੇ ਮੁੰਡੇ ਪੋਤਰੇ ਨੂੰ ਮਿਲ ਜੂ, ਹੋਰ ਕਿਹਨੂੰ ਮਿਲਣੀ ਹੈ? ਇਹ ਅਸਲੀਅਤ ਦੀ ਗੱਲ। आए थे, उन्होंने अपने मेडल सारे लेके वो दिखाए, उनको भी पुलिस ने डिटेन किया है। और वो वापस ये आए थे भी गिर गए, जो उनके मेडल टूट गए, उनके बड़े अफसोस की गल है। सुनील जाखड़ ਦੇ ਪਿੰਡ ਦਾ ਇੱਕ ਮੁੰਡਾ ਵੀ ਉਹਨਾਂ ਦੇ ਵਿੱਚ ਸੰਜੀਵ ਖਿਲਾੜੀ, ਜਿਹਦੀ ਫੋਟੋ ਪਹਿਲਾਂ ਵੀ ਦਿਖਾਈ ਸੀ। ਸੁਨੀਲ ਜਾਖੜ ਦੇ ਪਿੰਡ ਦਾ, ਸੁਨੀਲ ਜਾਖੜ ਨੂੰ 2 ਸਾਲ ਪਹਿਲਾਂ ਮਿਲਿਆ ਵੀ ਸੀਗਾ, ਹਾਲੇ ਤੱਕ ਕੋਈ ਜਵਾਬ ਨਹੀਂ ਆਇਆ। ਮੈਂ ਉਹ ਬੇਨਤੀ ਕਰ ਰਿਹਾ ਨਾ, ਸੁਨੀਲ ਜਾਖੜ ਨੇ ਕਿਹਾ ਐਡਵਾਈਜ਼ਰ ਮਾੜੇ ਆ, ਤੇ ਐਡਵਾਈਸ ਤਾਂ ਤੁਸੀਂ ਕਰਦੇ ਸੀ। ਹੂ ਇਜ਼ ਐਡਵਾਈਜ਼ਿੰਗ ਦ CM? 18 ਮੰਤਰੀ, 80 ਕਾਂਗਰਸ ਦੇ MLA, ਤੇ ਉਸ ਤੋਂ ਬਾਅਦ ਜਿਹੜੀ ਉਹਨਾਂ ਦੀ ਵੱਖਰੀ ਇੱਕ ਐਡਵਾਈਜ਼ਰਾਂ ਦੀ ਟੀਮ ਹੈ। ਫਿਰ ਇਹ ਸਾਰੇ ਮਾੜੇ ਨੇ। ਔਰ ਸੁਨੀਲ ਜਾਖੜ ਹੁਣ ਦਿੱਲੀ ਜਾ ਕੇ ਤਾਂ ਇਹ ਕਹਿ ਰਿਹਾ,
ਹੁਣ ਤੱਕ ਉਹਨਾਂ ਦੇ ਮਗਰ ਖਲੋਂਦੇ ਸੀ। ਔਰ ਜੋ ਕੁਝ ਅੱਜ ਇਹਨਾਂ ਨੇ ਪੈਰਾ ਓਲੰਪੀਅਨਸ ਨੂੰ, ਖਿਡਾਰੀਆਂ ਨੂੰ ਅਪਮਾਨਿਤ ਕਰਨ ਦਾ ਕੰਮ ਕੀਤਾ, ਜਿੱਥੇ ਮੈਂ ਹੱਥ ਜੋੜ ਕੇ ਮਾਫੀ ਮੰਗਦਾ ਕਿ ਇਹ ਜਿਹਾ ਅਫਸੋਸਜਨਕ ਗੱਲ ਹੋਈ ਹੈ। ਮਗਰ ਮੈਂ ਨਾਲ ਹੀ ਡਿਮਾਂਡ ਕਰਦਾ ਕਿ ਉਹਨਾਂ ਅਫਸਰਾਂ ਦੇ ਖਿਲਾਫ ਔਰ ਕਾਂਗਰਸ ਦੀ ਸਰਕਾਰ ਦੇ ਖਿਲਾਫ ਸ਼੍ਰੋਮਣੀ ਅਕਾਲੀ ਦਲ ਜਾਊਗੀ ਪਰਚਾ ਦਰਜ ਕਰਾਉਣ ਵਾਸਤੇ ਕਿ ਤੁਸੀਂ ਆਪਦੇ ਨਿਆਣਿਆਂ ਨੂੰ ਤਾਂ ਕੈਬਨਿਟ ਦੀ ਮੀਟਿੰਗ 'ਚ ਸੱਦ ਕੇ ਮੋਹਰਾਂ ਲਾ ਕੇ ਕਰਪਸ਼ਨ ਨੂੰ ਲੀਗਲਾਈਜ਼ ਕੀਤਾ, ਹਾਰਸ ਟ੍ਰੇਡਿੰਗ ਨੂੰ ਲੀਗਲਾਈਜ਼ ਕੀਤਾ। ਸਰਕਾਰ ਟੁੱਟਦੀ ਸੀ, ਲੀਗਲਾਈਜ਼ਡ ਕਰਪਸ਼ਨ ਦਾ ਨਵਾਂ ਤਰੀਕਾ ਗਾਂਧੀ ਪਰਿਵਾਰ ਨੇ ਜਿਹੜਾ ਕੈਬਨਿਟ ਦੀ ਮੋਹਰ ਲਾ ਕੇ ਅਪਣਾਇਆ, ਉਸ ਨੂੰ ਤਾਂ ਤੁਸੀਂ ਸਹੀ ਠਹਿਰਾਉਂਦੇ ਹੋ। ਜਿਹਦਾ ਅਸਲ ਹੱਕ ਬਣਦਾ ਉਹਨੂੰ ਜਾਂ ਕੁੱਟਦੇ ਹੋ ਜਾਂ ਉਹਦੇ ਮੈਡਲ ਖੋਹਦੇ ਹੋ, ਉਹਨੂੰ ਬੇਇੱਜ਼ਤ ਕਰਦੇ ਹੋ, ਉਹਦੀ ਹਾਲ ਤੱਕ ਨਹੀਂ ਪੁੱਛਦੇ। ਇਹ ਕਾਂਗਰਸ ਦਾ ਅਸਲ ਚਿਹਰਾ ਲੋਕਾਂ ਅੱਗੇ ਨੰਗਾ ਹੋ ਰਿਹਾ। ਹਾਂਜੀ ਇਹ ਜਨਰਲ ਡਾਇਰ ਦੇ ਨਾਲ ਆਇਆ ਸੀ ਉਹ ਤੇ ਜਿਹੜਾ ਉਹ ਦੂਜਾ ਉਹ ਕੁੰਵਰ ਵਿਜੇ ਪ੍ਰਤਾਪ ਮੈਂਤਲ ਆ, ਉਹੀ ਜਨਰਲ ਡਾਇਰ ਜਾਪਦਾ ਜਿਹੜਾ ਇਹਨੂੰ ਪਤਾ। ਇਹ ਜਿਹੀਆਂ ਗੱਲਾਂ 'ਚ ਕਿਉਂ ਤੁਸੀਂ ਜਾਂਦੇ ਹੋ ਯਾਰ? ਤੁਸੀਂ ਕੋਈ ਸਿਆਣੀ ਗੱਲ ਕਰੋ। ਨਹੀਂ ਤੁਸੀਂ ਗੱਲ ਦੇਖੋ, ਇਹ ਨਾ ਮੁੱਦੇ ਨੂੰ ਭਟਕਾਉਣ ਦੀ ਬੜੀ ਕੋਸ਼ਿਸ਼ ਹੋ ਰਹੀ ਆ। ਹੁਣ ਕੰਮ ਤਾਂ ਕੋਈ ਕੀਤਾ ਨਹੀਂ, ਹਰ ਗੱਲ ਨੂੰ ਭਟਕਾ ਦਿਓ ਤੇ ਤੁਸੀਂ ਉਸ ਭਟਕਾਓ ਏਜੰਡੇ 'ਚ ਨਾ ਆਓ। ਉਹ ਗੱਲ 'ਚ ਗੂਠ ਦੇ ਕੇ ਛਡਾਇਆ ਸੀ। ਮੈਂ ਤੁਹਾਨੂੰ ਅੱਜ ਦੱਸ ਦੇਣਾ, ਨੌਕਰੀ ਇਹਨੂੰ ਕਰਨ ਨਹੀਂ ਦੇਣੀ ਸੀ। ਹੁਣ ਸਾਡਾ ਅਗਲਾ ਉਹ ਬਿਆਨਸੋਂ ਦੇ ਪੋਤਰੇ ਨੂੰ ਗੋਰਖਵਾਲ ਨੂੰ ਘੇਰਾਂਗੇ ਜਿੱਥੇ ਬੈਠਿਆ ਜਾ ਕੇ, ਔਰ ਰੋਜ਼ ਘੇਰਾਂਗੇ, ਉਹ ਵੀ ਨੌਕਰੀ ਛਡਾ ਕੇ ਭਜਾਵਾਂਗੇ ਉਹਨੂੰ, ਨਹੀਂ ਤਾਂ ਸਾਡਾ ਫੈਸਲਾ ਡਿਸਮਿਸ ਕਰਾਂਗੇ। ਫਤਿਹ ਬਾਜਵਾ ਨੇ ਕਿਹਾ ਕਿ ਜਿਹੜੀ FIR ਦਰਜ ਹੋਈ ਸੀਗੀ ਉਹ ਖਾਲਿਸਤਾਨ ਕਮਾਂਡੋ ਫੋਰਸ ਤੋਂ ਹਥਿਆਰ ਮਿਲੇ ਸੀਗੇ ਤੇ ਉਹਨਾਂ ਦੇ ਫਾਦਰ ਅੱਤਵਾਦੀਆਂ ਨੇ ਸ਼ਹੀਦ ਕੀਤੇ ਸੀਗੇ। ਉਹਦੇ ਬੇਟੇ ਨੇ ਕਿਹਾ ਵੀ ਇਸੇ ਕਰਕੇ ਤਾਇਆ ਜੀ ਨੂੰ Z+ ਸਿਕਿਉਰਿਟੀ ਮਿਲੀ। ਇਹਨਾਂ ਦਾ ਤਾਂ ਵੱਡਾ ਬੇਟਾ ਆਰਮੀ ਅਫਸਰ ਸੀਗਾ ਪਹਿਲਾਂ ਹੀ। ਦੇਖੋ ਇਹਦੇ ਬਾਰੇ ਨਾ ਜਾਂ ਤਾਂ ਤੁਹਾਨੂੰ ਚਾਨਣਾ ਪਾ ਸਕਦੇ ਤ੍ਰਿਪਤ ਬਾਜਵਾ ਜੀ, ਕਿਉਂਕਿ ਉਹਨਾਂ ਦੇ ਪਿੰਡ ਦੇ, ਤੇ ਜਾਂ ਪਾ ਸਕਦੇ ਆ ਜਿਨ੍ਹਾਂ 5 ਵਜ਼ੀਰਾਂ ਨੇ ਰੌਲਾ ਪਾਇਆ ਸੀ ਕੈਬਨਿਟ ਦੇ ਅੰਦਰ, ਉਹ ਸਾਰੀ ਕਹਾਣੀ ਦੱਸ ਦੇਣਗੇ। ਔਰ ਚੀਮਾ ਸਾਹਿਬ ਵੀ ਹੁਣੇ ਦੱਸ ਰਹੇ ਸੀ ਕਿ ਇਹ ਗੱਲਾਂ ਤਾਂ ਹੁਣ ਇਹਦੀਆਂ FIR ਸੀ ਨਹੀਂ ਸੀ, ਬੱਚੇ ਨੂੰ ਪਤਾ ਜੀ। ਕੈਪਟਨ ਸਾਹਿਬ ਨੇ ਆਪ ਇੱਕ ਚਿੱਠੀ ਲਿਖੀ ਹੋਈ ਹੈ ਇਸ ਮੁੱਦੇ ਤੇ ਪਹਿਲਾਂ, ਹੁਣ ਭੁੱਲ ਗਏ, ਉਹ ਗੱਲ ਵੱਖਰੀ ਆ। ਹੋ ਜਾਂਦਾ ਮੌਕੇ ਦੀ ਨਜ਼ਾਕਤ 'ਚ ਬੜਾ ਕੁਝ ਭੁੱਲਣਾ ਪੈ ਜਾਂਦਾ। ਲੱਗਦਾ ਥੋੜਾ ਹੋਇਆ ਕੋਈ ਜੀ ਦਵਾ ਦਾਰੂ ਹੋ ਜੇ ਤੇ ਯਾਦ ਆ ਜੂ ਚਿੱਠੀ, ਫਿਰ ਜੇ ਲਾਤਾ ਤੇ ਬੜਾ ਕੁਝ ਚੇਤੇ ਆਉਣਾ। ਜਿਹੜੀਆਂ ਫਾਈਲਾਂ ਗਈਆਂ ਨੇ ਦਿੱਲੀੋਂ ਸਾਰੀਆਂ ਜਨਤਕ ਹੋਣਗੀਆਂ, ਮੀਡੀਆ ਨੂੰ ਮੌਜ ਲੱਗ ਜਾਣੀ। ਤੁਹਾਡੇ ਇੰਨੀ ਜਗ੍ਹਾ ਨਹੀਂ ਹੋਣੀ ਅਖਬਾਰ ਨੂੰ, ਜਿਵੇਂ ਪੇਪਰ ਘਟਾਏ ਆ ਵਧਾਉਣੇ ਪੈ ਜਾਣੇ, ਵਾਪਸ 20 ਪੇਪਰਾਂ ਤੇ ਪੇਜਸ ਤੇ ਲਿਜਾਣਾ ਪੈਣਾ, ਇੰਨਾ ਕੁਝ ਮਟੀਰੀਅਲ ਦੇ ਦੇਣਾ ਉਹਨਾਂ ਨੇ। ਭਰਾਵਾ ਤੇ ਸਾਰਿਆਂ ਨੇ ਪੜ੍ਹੀ ਸੀ, ਮੈਂ ਅੱਜ ਤਾਂ ਨਹੀਂ ਦੱਸਣਾ, ਅੱਜ ਤਾਂ ਮੈਂ ਆਪਦੇ ਮੁੱਦੇ ਤੇ ਆਇਆ। ਚਿੱਠੀ ਤੈਨੂੰ ਵੱਖਰੀ ਪੜ੍ਹਾ ਦਿਆਂਗੇ। ਨਹੀਂ ਅਸੀਂ ਤਾਂ ਪੂਰੀ ਕੋਆਪਰੇਟ ਕਰਾਂਗੇ ਜੀ। ਔਰ ਦੇਖੋ ਇੱਕ ਬੜਾ ਨਾ ਇਸ਼ੂ ਨੂੰ ਉਲਝਾਇਆ ਜਾ ਰਿਹਾ, ਕਨਫਿਊਜ਼ ਕੀਤਾ ਜਾ ਰਿਹਾ। ਕੋਟਕਪੂਰੇ ਦੀ SIT ਬਣੀ ਹੈ ਔਰ SIT ਬਣੀ ਹੈ ਕੋਟਕਪੂਰੇ 'ਚ ਜਿਹੜਾ ਇੰਸੀਡੈਂਟ ਹੋਇਆ ਜਿਸ 'ਚ ਕਿਸੇ ਦੀ ਡੈਥ ਨਹੀਂ ਹੋਈ, ਠੀਕ ਹੈ ਜੀ। ਉਸ ਇਸ਼ੂ ਨੂੰ ਪੋਲਿਟਿਸਾਈਜ਼ ਕੀਤਾ ਜਾ ਰਿਹਾ। ਜੋ ਕੰਮ ਪਹਿਲੇ ਨੇ ਕੀਤਾ ਔਰ ਹਾਈ ਕੋਰਟ ਨੇ ਉਹਦੀ ਕੀ ਹਾਲਾਤ ਕੀਤੇ ਤੁਹਾਨੂੰ ਪਹਿਲਾਂ ਪਤਾ, ਔਰ ਕਿਵੇਂ ਰਿਲੀਜਨ ਪੋਲਿਟਿਕਸ ਔਰ ਪੁਲਿਸ ਦਾ ਰੋਲ ਸਾਹਮਣੇ ਆਇਆ ਉਹ ਤੁਹਾਨੂੰ ਸਮਝ। ਜੇ ਇਹ SIT ਵੀ ਉਸੇ ਰਾਹ ਤੇ ਤੁਰੂਗੀ ਤੇ ਫਿਰ ਇਸ SIT ਨੂੰ ਵੀ ਉਹਦੇ ਖਾਮਿਆਜੇ ਭੁਗਤਣੇ ਪੈਣੇ। ਮੈਂ ਤਾਂ ਆਸ ਕਰਦਾ, ਉਮੀਦ ਕਰਦਾ ਕਿ ਮਜਬੂਰੀ ਜ਼ਰੂਰ ਹੈ, ਰੋਜ਼ ਦੀ ਰਿਪੋਰਟਿੰਗ ਹੈ ਵਿਜੀਲੈਂਸ ਡਿਪਾਰਟਮੈਂਟ ਨੂੰ। ਭਰਤਿੰਦਰ ਚਹਿਲ, BK ਉੱਪਲ ਇਹਦੇ 'ਚ ਅਸਲ ਖਿਡਾਰੀ ਨੇ, ਮਗਰ ਇਹ ਤਾਂ ਇਹਨਾਂ ਨੇ ਦੇਖਣਾ ਕਿ ਇਹਨਾਂ ਨੇ ਉਹਨਾਂ ਦੇ ਹੱਥ 'ਚ ਚੜਨਾ ਕਿ ਸਹੀ ਕੰਮ ਕਰਨਾ। ਸ਼੍ਰੋਮਣੀ ਅਕਾਲੀ ਦਲ ਤਿਆਰ ਹੈ ਹਰ ਇਵੈਂਚੁਅਲਿਟੀ ਲਈ, 100% ਜਾਣਗੇ, ਮਤਲਬ ਹੀ ਨਹੀਂ ਪਿੱਛੇ ਹਟਣ ਦਾ ਕਿਸੇ ਤਰੀਕੇ। ਸਰ ਵਿਜੇ ਸਿੰਗਲਾ ਦਾ ਤੁਸੀਂ ਜ਼ਿਕਰ ਕੀਤਾ, ਕਿਹਾ ਜਾ ਰਿਹਾ ਕਿ ਲੀਗਲ ਐਕਸਪਰਟ ਦੇ ਤੌਰ ਤੇ ਉਹਨਾਂ ਨੂੰ SIT ਦੇ ਨਾਲ ਜੋੜਿਆ ਗਿਆ ਔਰ ਪੂਰੀ ਤਰੀਕੇ ਦੇ ਨਾਲ ਕਾਨੂੰਨ ਦੇ ਤਰੀਕੇ ਨਾਲ ਜੋੜਿਆ ਗਿਆ। ਇਸ ਤਰ੍ਹਾਂ ਮੇਰਾ ਵੀਰ ਤੁਸੀਂ ਲੀਗਲ ਫਿਰ ਐਸਪੈਕਟ ਨੂੰ ਸ਼ਾਇਦ ਸਮਝ ਨਹੀਂ ਪਾ ਰਹੇ। ਇਹ ਚਿੱਠੀ ਵੀ ਤੁਹਾਨੂੰ ਲੀਕ ਕੀਤੀ ਹੈ ਸਰਕਾਰ ਨੇ, ਕਿਉਂਕਿ ਇਹ ਤਾਂ ਬੋਲ ਨਹੀਂ ਸਕਦੇ ਪ੍ਰੈਸ ਅੱਗੇ।
SIT ਦਾ ਪ੍ਰੋਸੀਕਿਊਸ਼ਨ ਦਾ ਕੰਮ ਸ਼ੁਰੂ ਹੁੰਦਾ ਹੈ SIT ਦੀ ਇਨਕੁਆਇਰੀ ਤੋਂ ਬਾਅਦ, ਮਗਰ ਇੱਥੇ ਪ੍ਰੋਸੀਕਿਊਸ਼ਨ ਨੇ ਕੰਮ ਸ਼ੁਰੂ ਕਰਤਾ SIT ਤੋਂ ਪਹਿਲਾਂ। ਔਰ ਇੱਕ ਸਾਜ਼ਿਸ਼ ਜਿਹੜੀ ਰਚੀ ਜਾ ਰਹੀ ਹੈ, ਉਹਦੀ ਸਾਜ਼ਿਸ਼ ਦੇ ਇੱਕ ਮੈਂਬਰ ਬਣ ਗਏ ਆ। ਇਹ ਮੈਂ ਫੋਟੋ ਤਦੇ ਲਾਈ ਹੈ ਕਿ ਜੇ ਹਾਈ ਕੋਰਟ ਜਾਣਾ ਪੈ ਜੇ ਤੇ ਫਿਰ ਸਿੰਗਲੇ ਨੂੰ ਭੱਜਣ ਨੂੰ ਰਾਹ ਨਹੀਂ ਮਿਲਣਾ, ਨਾ ਜਤਿੰਦਰ ਵੀਰ ਨੂੰ ਮਿਲਣਾ। ਕਿ ਉਹ ਕਰਦੇ ਕੀ ਫਿਰਦੇ ਆ, ਦੇ ਹੈਵ ਨੋ ਰਾਈਟ। SIT ਬਣੀ ਹੈ 3 ਮੈਂਬਰਾਂ ਦੀ, ADGP, IG ਔਰ DIG। ਉਹਦੇ 'ਚ ਇਟ ਇਜ਼ ਇਲੀਗਲ ਕਿ ਉਹਦੇ 'ਚ ਆਈ ਥਿੰਕ ਵਕੀਲ ਸਾਹਿਬ ਦੱਸ ਦੇਣਗੇ ਸੈਕਸ਼ਨ 152 153 150 ਆਹ ਦੱਸ ਦਿਓ। ਉਹਦੇ ਵਿੱਚ ਜਿਹੜੀਆਂ ਡਾਇਰੈਕਸ਼ਨਸ ਹੈ ਨਾ ਕਨਸਟੀਟਿਊਸ਼ਨ ਆਫ SIT, ਉਹਦੇ ਵਿੱਚ ਪਹਿਲਾਂ ਤਾਂ ਐਕਸਪਲੇਨਡ ਹੈ ਕਿ ਕਿਸ ਲੈਵਲ ਦੇ ਅਫਸਰ ਹੋਣਗੇ। ਦੂਜਾ ਹੈਗਾ ਕਿ ਸਾਰੇ ਅਫਸਰ ਜਿਹੜੇ ਤਿੰਨੇ ਦੇ ਤਿੰਨੇ ਹੀ, ਕਿਉਂਕਿ ਪਿਛਲੀ ਵਾਰੀ ਇੱਕ ਨੇ ਸਾਈਨ ਕੀਤੇ ਸੀ, 4 ਮਨਾ ਕਰ ਗਏ ਸੀ, ਐਤਕੀ ਹੈ ਕਿ ਸਾਰੇ ਦੇ ਸਾਰੇ ਅਫਸਰ ਸਾਈਨ ਕਰਨਗੇ। ਤੀਜਾ ਹੈਗਾ ਪ੍ਰੈਸ ਨੂੰ ਕੋਈ ਗੱਲ ਸ਼ੇਅਰ ਨਹੀਂ ਕਰਨਗੇ। ਇੱਕ ਉਹਦੇ 'ਚ ਵਰਡ ਹੈ, ਤੁਸੀਂ ਅੱਜ ਹੀ ਹੁਣੇ ਮੇਰੇ ਕੋਲ ਬੇਸ਼ੱਕ ਕਾਪੀ ਲੈ ਲਿਓ, ਜਿਹੜੀ ਕਨਸਟੀਟਿਊਸ਼ਨ ਆਫ SIT ਆ, ਉੱਥੇ ਦੇयर ਵਿਲ ਬੀ ਨੋ ਇੰਟਰਨਲ ਔਰ ਐਕਸਟਰਨਲ ਇੰਟਰਫੀਰੈਂਸ। ਔਰ ਨਾ ਇਹ ਕਿਸੇ ਐਗਜ਼ੈਕਟਿਵ ਅਫਸਰ ਨੂੰ ਰਿਪੋਰਟ ਕਰ ਸਕਣਗੇ, ਨਾ ਕਿਸੇ ਸੀਨੀਅਰ ਪੁਲਿਸ ਅਫਸਰ ਨੂੰ, ਨਾ ਗਵਰਨਮੈਂਟ ਨੂੰ। ਉੱਥੇ ਵਰਡ ਹੈ देयर विल बी नो इंटरनल और एक्सटर्नल इंटरफेरेंस। हाई कोर्ट की जजमेंट होनी, मैं ਤੁਹਾਨੂੰ ਕਾਪੀ ਦੇ ਦੂੰ। क्लियर से सर भी कोई भी मैंबर ऐड नहीं हो सकता, कोई भी कर नहीं सकता, जब मरदा नहीं है रिटायर। हाँ जी, ਜਿਸ ਸੁਨੀਲ ਜਾਖੜ ਜਿਸ ਕੋਟਰੀ ਦੀ ਗੱਲ ਕਰ ਰਹੇ ਨੇ, ਸਲਾਹਕਾਰਾਂ ਦੀ, OSD ਦੀ, ਉਹਦੇ ਵਿੱਚ ਅੰਕਿਤ ਬਾਂਸਲ ਵੀ ਸ਼ਾਮਲ ਨੇ। ਉਹਨਾਂ ਨੇ ਹਾਈ ਕਮਾਂਡ ਨੂੰ ਸਿੱਧੇ ਤੌਰ ਤੇ ਸੋਸ਼ਲ ਮੀਡੀਆ ਤੇ ਕਿਹਾ ਕਿ ਕੈਪਟਨ ਨੂੰ ਨਜ਼ਰਅੰਦਾਜ਼ ਕਰਨਾ ਮਹਿੰਗਾ ਪੈ ਸਕਦਾ। ਯਾਰ ਤੁਸੀਂ ਫੇਰ ਗੱਲ ਛੋਟੀ ਕਰ ਦਿੰਦੇ ਹੋ। ਉਹ ਵਿਚਾਰਾ ਉਹ ਤਾਂ ਐਡਾ ਜਿਹਾ ਵਚੂ ਦੀ ਗੱਲ ਕਰੀ ਜਾਂਦੇ ਹੋ। ਇਹ ਸਾਰੇ ਵਿੱਚ ਨੇ, ਇਹ ਕੋਟਰੀ 'ਚ ਤਾਂ ਇਹ ਵੀ ਆਉਂਦਾ, ਪ੍ਰਧਾਨ ਬਚ ਜਾਂਦਾ ਕੋਟਰੀ 'ਚੋਂ ਨਾਲ ਬੈਠੇ। ਮੈਂ ਤੁਹਾਨੂੰ ਵਿਦ ਫੋਟੋ ਦੇ ਰਿਹਾ। ਔਰ ਕੋਟਰੀ 'ਚ ਤਾਂ ਕਾਉਂਸਲ ਆਫ ਮਿਨਿਸਟਰਸ ਵੀ ਆ ਗਏ। ਇਹ ਹਰ ਗੱਲ ਨੂੰ ਤਾਂ ਇਹਨਾਂ ਨੇ ਮੋਹਰ ਲਾਈ ਹੈ। ਸੁਰੇਸ਼ ਕੁਮਾਰ ਹੋ ਗਏ, ਚੀਫ ਸੈਕਟਰੀ ਹੋ ਗਏ, ਸਾਰਾ ਕੁਝ ਹੀ ਵਿੱਚ ਹੀ ਆ ਗਿਆ ਭਰਾ। ਤੁਸੀਂ ਇੱਕ ਬੰਦੇ ਨੂੰ ਸਿੰਗਲ ਆਊਟ ਨਾ ਕਰੋ। ਕੋਟਰੀ 'ਚ ਸਾਰੇ ਸ਼ਾਮਲ ਨੇ। ਹੁਣ ਬਚਦੇ ਫਿਰਦੇ ਆ ਕਿ ਕਪਤਾਨ ਦੇ ਜੁੰਮੇ ਪਾ ਦਈਏ, ਆਪ ਪਤਲੀ ਗਲੀ 'ਚੋਂ ਨਿਕਲ ਜੇ। ਸਵਾਦ ਲੈ ਸਾਰਿਆਂ ਨੇ ਇਕੱਠੇ ਰਲ ਕੇ ਲਏ। ਐ ਨਹੀਂ ਨਾ, ਲੋਕ ਬੜੇ ਸਿਆਣੇ ਆ ਪੰਜਾਬ ਦੇ। ਅੰਕਿਤ ਬੰਸਲ ਦਾ ਟਵੀਟ ਆਉਣਾ, ਕਹਿੰਦੇ ਜੀ ਕੈਪਟਨ ਅਮਰਿੰਦਰ ਨੂੰ ਨਜ਼ਰਅੰਦਾਜ਼ ਕੀਤਾ, 10 ਸਾਲ ਸਰਕਾਰ ਤੋਂ ਬਾਹਰ ਰਹੀ ਕਾਂਗਰਸ। ਕੈਪਟਨ ਮਤਲਬ ਕਾਂਗਰਸ ਨਹੀਂ, ਕਾਂਗਰਸ ਮਤਲਬ ਕੈਪਟਨ ਹੈ ਪੰਜਾਬ 'ਚ। ਭਰਾਵਾ ਹੁਣ ਮੈਂ ਅੰਕਿਤ ਬੰਸਲ ਦਾ ਸਪੋਕਸਪਰਸਨ ਤਾਂ ਹੈ ਨਹੀਂ, ਮਗਰ ਉਹ ਇਹੀ ਦੱਸਣਾ ਚਾਹ ਰਿਹਾ ਫਾਈਲਾਂ ਸਭ ਦੀ ਤਿਆਰ ਹੈ। ਜਿਸ ਦਿਨ ਸਾਨੂੰ ਲਾਇਆ ਤੁਹਾਨੂੰ ਦੇ ਦਿਆਂਗੇ। ਨਿਊਜ਼ 18 ਦੇ ਨਿਆਰੇ ਵਿਆਰੇ ਹੋ ਜਾਣੇ ਉਸ ਦਿਨ। ਮਿਲਦੀ ਤੁਹਾਨੂੰ ਹੀ ਹੈ ਕਾਪੀ, ਪਹਿਲਾਂ ਗੁੱਸਾ ਨਾ ਕਰਿਓ। ਲਗਾਤਾਰ ਬੰਬਾਰਮੈਂਟ ਕਰ ਰਿਹਾ ਹੈਗਾ, ਸਰਕਾਰ ਦੇ ਸਵਾਲ ਵੀ ਖੜੇ ਕਰ ਰਿਹਾ। ਕੀ ਲੱਗ ਰਿਹਾ ਕਿ ਆਮ ਆਦਮੀ ਪਾਰਟੀ ਜਾਣਾ ਜਾਂ ਕਿੱਧਰ ਨੂੰ ਜਾ ਰਿਹਾ ਹੈ? ਯਾਰ ਹਲੇ ਨਾ ਮੈਂ ਦੱਸੂਗਾ ਤੁਹਾਨੂੰ ਛੇਤੀ ਕਿੱਥੇ ਜਾਣਾ ਉਹਨੇ। ਦੇਖੋ ਜੇ ਤਾਂ ਸੋਨੀਆ ਗਾਂਧੀ, ਰਾਹੁਲ ਗਾਂਧੀ ਨੇ ਉਹ ਨਿਆਣੇ ਵਾਂਗੂ ਆ। ਜੇ ਤਾਂ ਉਦੋਂ ਕੁਰਸੀ ਜਿਹੜੀ ਦੇਖੋ ਉਹਨੂੰ ਅਸਲ 'ਚ ਯਾਰ ਤੁਸੀਂ ਵੀ ਗੁੱਸਾ, ਪਲੀਜ਼ ਮੇਰੀ ਗੱਲ ਮਾਈਂਡ ਨਾ ਕਰਿਓ। ਕਈ ਵਾਰੀ ਨਾ ਜਦ ਆਪਾਂ ਸਮਝਦੇ ਹਾਂ ਕਿ ਅਸੀਂ ਐਡੀਟਰ ਦੇ ਕਾਬਲ ਹਾਂ, ਐਡੀਟਰ ਦੀ ਪੋਸਟ ਲਾਂਭੇ ਰਹਿ ਜਾਂਦੀ ਆ, ਬੰਦਾ ਛੱਡ ਕੇ ਦੂਜੇ ਚੈਨਲ 'ਚ ਹੋ ਜਾਂਦਾ, ਉਹ ਤੋਂ ਫੇਰ ਨਹੀਂ ਮਿਲਦੀ। ਕਈਆਂ ਨਾਲ ਹੋਈ ਹੈ ਇਹੀ ਹਾਲ ਇਹਦਾ। ਇਹਨੂੰ ਵੀ 4 ਦਾ ਲੱਗਿਆ ਕਿ CM ਬਣਨਾ। ਉਹ ਕੁਰਸੀ ਅੱਗੇ ਪਿੱਛੇ ਹੁੰਦੀ ਰਹੀ ਆ, ਜਿੱਥੇ ਜਾ ਕੇ ਬੈਠਣ ਦੀ ਕਰਦਾ ਕੁਰਸੀ ਕਦੇ ਐਨੂੰ ਚਲੇ ਜਾਂਦੀ, ਕਦੇ ਉਹਨੂੰ ਚੱਲਦੀ। ਇਹਨੂੰ ਕਈ ਵਾਰੀ ਕਹਿਣਾ ਪੈਂਦਾ ਹੈ ਮੇਰਾ ਪਾਪਾ ਐਵੇਂ ਥੋੜੀ ਬੁਲਾਉਂਦਾ, ਕਿਉਂਕਿ ਉਹਨੂੰ ਐ ਕਿ ਪਾਪੇ ਤੋਂ ਬਾਅਦ ਮੁੰਡੇ ਨੂੰ ਮਿਲਣੀ ਆ। ਮਗਰ ਜਦ ਤੱਕ ਵਾਰੀ ਆਉਂਦੀ ਆ, ਪਾਪੇ ਨੇ ਮੁੰਡੇ ਨੂੰ ਬੇਦਖਲ ਕੀਤਾ ਹੁੰਦਾ, ਉਹਦਾ ਨਵਾਂ ਪੈ ਜਾਂਦਾ। ਇਸ ਲਈ ਤੁਸੀਂ ਥੋੜੀ ਟੈਕਨੀਕਲ ਗੱਲਾਂ 'ਚ ਜਾ ਰਹੇ ਹੋ। ਇਹਦੀ ਗੱਲ ਦੀ ਨਾ ਗੰਭੀਰਤਾ 'ਚ ਜਾਓ। ਮਸਲਾ ਕੀ ਆ? ਮਸਲਾ ਦੱਸ ਹੀ ਦਿੱਤਾ ਚੀਮਾ ਸਾਹਿਬ ਨੇ, ਉਹਦਾ ਆਰਟੀਕਲ ਪੜ੍ਹ ਕੇ। ਤਾਂ ਆਪਾਂ ਪੋਲਿਟਿਕਸ ਕਰਨੀ ਸੀ। ਔਰ ਤੁਹਾਨੂੰ ਪਤਾ ਹੀ ਹੈ ਨਾਚਾ ਉਹ ਕਿੱਡਾ ਤਗੜਾ। ਇਹ ਕੰਮ ਤਾਂ ਛੋਟੇ ਆ। ਕਪਿਲ ਸ਼ਰਮਾ ਸ਼ੋਅ ਤੇ ਜਿਹੜਾ ਕੁਝ ਇੰਨਾ ਕੁਝ ਕਰ ਸਕਦਾ, ਤੇ ਇਹ ਤਾਂ ਬਹੁਤ ਛੋਟਾ ਡਰਾਮਾ। ਤੁਹਾਡੇ ਤਾਂ ਮਸਲਾ ही कोई नहीं। भैया साहब, आपने कहा कि आपको जानकारी मिली है कि ये कमिटमेंट हुआ है आलाकमान के सामने, कांग्रेस के सामने कैप्टन का, कि बादल परिवार को पकड़ो और अंदर करो। तो क्या अकाली दल इस पर चुप बैठेगा अगर आपने लड़ाई के लिए तैयार हो, या आप भी सड़कों पर उतरेंगे? कैसे? मैं ਤੁਹਾਨੂੰ ਪਹਿਲਾਂ ਕਿਹਾ ਕਿ ਗਾਂਧੀ ਪਰਿਵਾਰ ਦੀ ਇਹ ਪੁਰਾਣੀ ਹਿਸਟਰੀ ਰਹੀ ਆ। ਬਾਦਲ ਸਾਹਿਬ ਨੂੰ ਇੰਦਰਾ ਗਾਂਧੀ ਨੇ ਅੰਦਰ ਕੀਤਾ, ਔਰ ਉਸਕੇ ਉਦੋਂ ਬਾਅਦ ਬਾਦਲ ਸਾਹਿਬ ਲੰਮਾ ਸਮਾਂ ਅੰਦਰ ਵੀ ਰਹੇ, ਔਰ ਸਭ ਲੋਕਾਂ ਨੇ ਉਹਨਾਂ ਨੂੰ ਮੁੱਖ ਮੰਤਰੀ ਵੀ ਬਣਾਇਆ। ਅੱਜ ਵੀ ਮੈਂ ਤੁਹਾਨੂੰ ਕਹਿਣਾ ਕਿ ਅਸੀਂ ਹਰ ਤਰੀਕੇ ਲਈ ਤਿਆਰ ਆ। ਸਿੱਧੇ ਕਾਨੂੰਨੀ ਪੱਖ ਤੋਂ ਵੀ ਤਿਆਰ ਆ,
ਸੜਕ ਦੀ ਲੜਾਈ ਲਈ ਵੀ ਤਿਆਰ ਆ, ਦੋ ਹੱਥ ਕਰਨ ਲਈ ਵੀ ਤਿਆਰ ਆ, ਰਾਜਸੀ ਤਰੀਕੇ ਨਾਲ ਜੋ ਕਹਿਣਗੇ ਜਿਵੇਂ ਇਹਨਾਂ ਦੀ ਤਸੱਲੀ ਮਗਰ ਕਰਾ ਕੇ ਛੱਡਾਂਗੇ ਗਾਂਧੀ ਪਰਿਵਾਰ ਦੀ ਤੇ ਕਾਂਗਰਸ ਦੀ। ਔਰ ਮੈਂ ਫੇਰ ਕਹਿ ਦਿਆਂ, ਇਨਕੁਆਇਰੀ SIT ਇਸ ਗੱਲ ਦੀ ਵੀ ਕਰੇ, ਜਿਹੜਾ ਲਾਰਜਰ ਵੈਸਟਡ ਇੰਟਰਸਟ ਗਰੁੱਪ ਹੈ, ਆ ਜਿਹੜੇ ਦਿੱਲੀ ਜਾ ਕੇ ਮਿਲ ਰਹੇ ਆ ਕਾਂਗਰਸੀ, ਜਾਂ ਜਿਨ੍ਹਾਂ ਨੇ ਇਸ ਮੁੱਦੇ ਤੇ ਰਾਜਨੀਤੀ ਕੀਤੀ ਹੈ, ਜਾਂ ਜਿਹੜੇ ਅਫਸਰ ਜਾ ਕੇ ਆਪ ਪਾਰਟੀ ਨੂੰ ਜੁਆਇਨ ਕਰ ਗਏ ਆ, ਜਾਂ ਜਿਹੜੇ ਆਪ ਪਾਰਟੀ ਦਾ ਕੇਜਰੀਵਾਲ, ਮੈਨੂੰ ਲੱਗਦਾ ਉਹਦਾ ਥੋੜਾ ਬਸ ਹੋਲ ਚੱਲਦਾ, ਉਹਨੇ ਤਾਂ ਗੋਡੀ ਹੱਥ ਲਾ ਦੇ ਨਹੀਂ ਕਿ ਸਾਡਾ ਬੜਾ ਮਸਲਾ ਤੂੰ ਹੱਲ ਕੀਤਾ। ਇਹਨਾਂ ਸਭ ਦੀ ਇਨਕੁਆਇਰੀ ਹੋਣੀ ਚਾਹੀਦੀ ਕਿ ਡਰਾਮਾ ਚੱਲ ਕੀ ਰਿਹਾ ਪੰਜਾਬ ਦੇ ਲੋਕਾਂ ਨਾਲ, ਇਸ ਤਰੀਕੇ ਦਾ ਫਰਾਡ ਖੇਡਿਆ ਕਿਉਂ ਜਾ ਰਿਹਾ। ਮੈਂ ਨਾ ਇੱਕ ਲੀਗਲ ਤੁਹਾਨੂੰ ਗੱਲ ਕਰਨੀ ਚਾਹੁੰਦਾ, ਜੇ ਤੁਸੀਂ ਉਹ ਐਕਸਪਲੇਨ ਕਰ ਦਿਓ, ਮੈਨੂੰ ਮਿਲ ਨਹੀਂ ਰਿਹਾ ਉਹ, ਜੇ ਤੁਸੀਂ ਦੱਸ ਦਿਓ ਦੈਟ ਇਹਦੇ ਪ੍ਰੋਸੀਕਿਊਸ਼ਨ ਦਾ ਕੰਮ ਕਦੋਂ, ਉਹਦਾ ਇੱਕ ਆਰਟਿਕਲ 152 ਜਾਂ 153 ਆਉਂਦਾ ਯਾਰ ਉਹਦੇ। ਅੱਛਾ ਮੈਂ ਦੱਸ ਹੀ ਦਿੰਦਾ ਜੀ, ਸੌਰੀ ਯੂ ਕਰੈਕਟ ਮੀ ਇਫ ਆਈ ਐਮ ਰੋਂਗ। ਪਾਵਰ ਟੂ ਇਨਵੈਸਟੀਗੇਟ ਇਜ਼ ਓਨਲੀ ਵਿਦ ਪੁਲਿਸ ਆਫਿਸਰ। ਤੁਸੀਂ ਕਦੇ ਸੁਣਿਆ ਕਿ ਵਕੀਲ ਤੁਹਾਡੀ ਇਨਵੈਸਟੀਗੇਸ਼ਨ ਕਰ ਰਿਹਾ? ਕਦੇ ਵੀ ਥਾਣੇ 'ਚ ਤੁਸੀਂ ਦੇਖਿਆ ਕਿ ਪੁਲਿਸ ਵਰਦੀ ਵਾਲਾ ਇਨਵੈਸਟੀਗੇਟ ਕਰਦਾ? ਅੰਡਰ 156 ਆਫ ਦਾ CRPC ਇਹ ਬੜਾ ਕਲੀਅਰਲੀ ਡਿਫਾਈਨਡ ਹੈ। ਪ੍ਰੋਸੀਜਰ ਆਫ ਇਨਵੈਸਟੀਗੇਸ਼ਨ ਇਜ਼ ਅੰਡਰ ਸੈਕਸ਼ਨ 157 ਐਂਡ ਦੋਜ਼ ਕਾਸਟ ਡਿਊਟੀ ਅਪਨ ਅ ਪੁਲਿਸ ਆਫਿਸਰ to comply with these rules। ਇਹ present SIT ਨੇ CRPC ਦੇ 156 ਤੇ 57 ਦੀ ਧੱਜੀਆਂ ਉਡਾਈਆਂ ਨੇ, ਮੈਂ ਕਰੈਕਟ? ਯੈਸ। ਇਹ ਕਿਸੇ ਕੋਲ ਅਧਿਕਾਰ ਨਹੀਂ ਸੀ ਕਿ ਬਾਦਲ ਸਾਹਿਬ ਅੱਗੇ ਇਸ ਤਰੀਕੇ ਦੀ ਜਦ ਰਾਜਨੀਤੀ ਕਰਨੀ, ਛੜਯੰਤਰ ਰਚੇ ਜਾਣਗੇ, ਰਾਜਨੀਤੀ ਹੋਊਗੀ ਤੇ ਤੁਸੀਂ ਆਪ ਸਮਝ ਸਕਦੇ ਹੋ। ਅੰਡਰ 172 CRPC diary of proceeding is in investigations are to be maintained of every single investigation by police officer। No public prosecutor can replace a police officer। ਕੋਈ ਵਕੀਲ, ਕੋਈ ਹੋਰ ਬੰਦਾ ਵਰਦੀ ਵਾਲੇ ਦੀ ਥਾਂ ਤੇ ਇਨਵੈਸਟੀਗੇਸ਼ਨ ਕਰ ਨਹੀਂ ਸਕਦਾ। ਰੋਲ ਆਫ ਪਬਲਿਕ ਪ੍ਰੋਸੀਕਿਊਟਰ ਸਟਾਰਟਸ ਓਨਲੀ ਐਟ ਦ ਸਟੇਜ ਆਫ ਟ੍ਰਾਇਲ ਐਜ਼ ਮੈਂਸ਼ਨਡ ਇਨ ਚੈਪਟਰ, ਕੀ ਹੈ ਜੀ ਤੁਹਾਨੂੰ ਪਤਾ ਲੀਗਲੀ, ਉਹ ਚੈਪਟਰ ਨੰਬਰ ਦੱਸਿਆ ਹੋਇਆ ਆਫ 301 ਐਂਡ 302। ਇਹ ਸਾਰੀ ਚੀਜ਼ਾਂ ਵੈਲ ਡਿਫਾਈਨਡ ਹੈ CRPC 'ਚ ਤੇ IPC 'ਚ, ਮਗਰ ਉਹਦੀਆਂ ਵੀ ਧੱਜੀਆਂ ਉਡਾਈਆਂ ਜਾ ਰਹੀਆਂ ਇੱਕ ਸਰਕਾਰ ਨੂੰ ਬਚਾਉਣ ਲਈ। ਸਰਕਾਰ ਰੇਰ ਨਹੀਂ ਬਚਣੀ। ਈਵਨ ਸਰ ਹਾਈ ਕੋਰਟ ਨੇ ਕਿਹਾ ਸੀਗਾ ਕਿ ਕੋਈ ਮੈਂਬਰ ਬਦਲਿਆ ਨਹੀਂ ਜਾਊਗਾ ਜਿੰਨਾ ਚਿਰ ਮਰਦਾ ਨਹੀਂ ਹੈ, ਔਰ ਹਾਈ ਕੋਰਟ ਦੇ ਆਰਡਰ ਹੈ ਕੋਈ ਮੈਂਬਰ ਬਦਲਿਆ ਨਹੀਂ ਜਾ ਸਕਦਾ until and unless there is some eventuality or he has been transferred out or something like that, not by them, he goes on deputation or something। मतलब किसी को अधिकार खेतर च नहीं हो कम। अच्छा एक लास्ट पॉइंट रह गया। एक तो 18 पॉइंट कांग्रेस की हाई कमांड ने जिहड़ा मैनीफेस्टो बिल्कुल इंप्लीमेंट नहीं होया सी, पहले कहंदे सी भी एक भी वादा पूरा नहीं होया, वो 18 पॉइंट तो इन्होंने लिख के भेज दिते कि ये करो। ਉਹ ਹੁਣੇ ਕਿੱਥੋਂ ਹੈ ਹੁਣ ਸਾਨੂੰ ਪਤਾ, ਪਰ ਇੱਕ ਬੜਾ ਵੱਡਾ ਮੁੱਦਾ ਲੈ ਕੇ ਗਏ ਸੀ ਪ੍ਰਗਟ ਸਿੰਘ ਤੇ ਹੋਰ ਸਾਥੀ, ਕਰਪਸ਼ਨ ਦਾ। ਉਹਦਾ ਕਹਿੰਦੇ ਵੀ ਅੰਦਰ ਅੰਦਰ ਹੀ ਸਮਝੌਤਾ ਹੋ ਗਿਆ, ਉਹ ਕਿੰਨੇ ਚ ਹੋਇਆ ਉਹ ਅਸੀਂ ਪੁੱਛਣਾ ਚਾਹੁੰਦੇ ਹਾਂ ਕਿ ਉਹ ਵੀ ਪਬਲਿਕ ਕੀਤਾ ਜਾਵੇ, ਕਿਉਂਕਿ ਵੱਡਾ ਇਸ਼ੂ ਇਹ ਲੈ ਕੇ ਗਏ ਸੀ ਕਰਪਸ਼ਨ ਦਾ ਕਿ ਸਾਰੇ ਪਾਸਿਓਂ ਪੈਸਾ ਲੁੱਟਿਆ ਜਾ ਰਿਹਾ, ਰੇਤਾ ਚੋਂ ਲੁੱਟਿਆ ਜਾ ਰਿਹਾ, ਸ਼ਰਾਬ ਨਜਾਇਜ਼ ਵਿਕ ਰਹੀ ਆ, ਬਾਕੀ ਸਾਰੇ ਕੰਮ 2 ਨੰਬਰ 'ਚ ਹੋ ਰਹੇ ਆ। ਬਹੁਤ ਵੱਡੀ ਐਲੀਗੇਸ਼ਨ ਓਪਨਲੀ ਕਾਂਗਰਸ ਦੇ ਇਹਨਾਂ ਲੀਡਰਾਂ ਦੀ ਸਰਕਾਰ ਦੇ ਉੱਤੇ ਸੀ, ਮੁੱਖ ਮੰਤਰੀ ਤੇ ਉਹਦੇ ਆਲੇ ਦੁਆਲੇ ਤੇ, ਪਰ ਉਹਦਾ ਕਿਤੇ ਵੀ ਜਿਹੜੀਆਂ ਡਾਇਰੈਕਸ਼ਨਸ ਆਈਆਂ ਇਹਦੀਆਂ ਉਹਦੇ 'ਚ ਕਿਤੇ ਜ਼ਿਕਰ ਨਹੀਂ ਹੈ। ਅਸੀਂ ਇਹ ਪੁੱਛਣਾ ਚਾਹੁੰਦੇ ਹਾਂ ਕਿ ਉਹ ਜਿਹੜਾ ਸਮਝੌਤਾ ਅੰਦਰ ਅੰਦਰ ਹੋਇਆ ਉੱਥੇ ਕਰਪਸ਼ਨ ਦੇ ਉੱਤੇ, ਉਹ ਕਿੰਨੇ 'ਚ ਹੋਇਆ, ਉਹ ਵੀ ਇਹਨਾਂ ਨੂੰ ਪਬਲਿਕ ਕਰਨਾ ਚਾਹੀਦਾ। ਇਹ ਡਾਕੂਮੈਂਟ ਬੜਾ ਇੰਪੋਰਟੈਂਟ ਹੈ, ਰਹਿ ਗਿਆ। ਦੂਜੀ ਗੱਲ, ਚੀਮਾ ਸਾਹਿਬ ਨੇ ਬੜੀ ਵਧੀਆ ਗੱਲ ਕੀਤੀ। ਕੈਪਟਨ ਨੂੰ ਇਹ ਜ਼ਿਆਦਾ, ਮੈਂ ਜੋ ਹਿਸਾਬ ਲਾ ਰਿਹਾ ਨਾ, ਉਹਨੂੰ ਜ਼ਿਆਦਾ ਤੰਗ ਪਰੇਸ਼ਾਨ ਕੀਤਾ ਇਹਨਾਂ ਨੇ, ਤੇ ਉਹਨੇ ਉਹ ਜਿਹੜੀ ਮਾਫੀਆ ਦੀ ਗੱਲ ਕਰਦੇ, ਮਾਫੀਆ ਦੀ ਸਾਰੀ ਬੂਟੀ ਤਾਂ ਜਾਂਦੀ ਸੀ 10 ਜਨਪਦ ਨੂੰ। ਜਿਹੜੀ ਕਲੈਕਸ਼ਨ ਹੈ ਸੈਂਡ ਮਾਫੀਆ ਦੀ, ਲਿਕਰ ਮਾਫੀਆ ਦੀ, ਇਹ ਜਿੰਨੇ ਮਾਫੀਆ ਨੇ ਉਹ ਪੈਸੇ ਜਾਂਦੇ ਕਿੱਥੇ ਨੇ? AICC ਚਲਾਉਣ ਵਾਸਤੇ ਮੈਨੂੰ ਲੱਗਦਾ ਜਾਂਦੇ ਹੀ ਦਿੱਲੀ ਨੇ। ਉਹਨਾਂ ਦਾ ਜ਼ਿਕਰ ਕੋਈ ਨਹੀਂ, ਉਹਨਾਂ ਤੇ ਐਕਸ਼ਨ ਕੋਈ ਨਹੀਂ, ਰਲ ਮਿਲ ਕੇ ਬਸ ਇਹ ਜਿਹੜਾ ਡਰਾਮਾ ਰਚਿਆ ਜਾ ਰਿਹਾ, ਇਹ ਤੋਂ ਸੁਚੇਤ ਹੋਣ ਦੀ ਲੋੜ ਆ, ਲੋਕ ਸਮਝ ਵੀ ਰਹੇ।
ਟੈਸਟ ਹੋਣਾ ਚਾਹੀਦਾ ਹੈਗਾ। ਹੂੰ। ਮੰਨਦੇ ਹੋ ਵੀ ਅਰਵਿੰਦ ਕੇਜਰੀਵਾਲ ਜਾਂ ਜਿਹੜੇ ਪੁਲਿਸ ਆਫੀਸਰ ਨੇ ਜੁਆਇਨ ਕੀਤਾ ਹੈਗਾ ਅਕਾਲੀ ਦਲ ਦੇ ਲੀਡਰ ਜਾਂ ਕਾਂਗਰਸ ਦੇ ਲੀਡਰਾਂ ਦਾ ਸਾਰਿਆਂ ਦਾ ਹੀ ਹੋ ਜਾਣਾ? ਮੈਂ ਤਾਂ ਪਹਿਲਾਂ ਹੀ ਬੇਨਤੀ ਕਰਤੀ ਜੀ, ਜਿਹੜੇ ਵੱਡੇ ਸਾਜ਼ਿਸ਼ ਕਰਤਾ ਜਿਨ੍ਹਾਂ ਨੂੰ ਇਸ ਗੱਲ ਤੋਂ, ਇਸ ਰਾਜਨੀਤੀ ਤੋਂ ਜਿਨ੍ਹਾਂ ਨੇ ਲਾਭ ਲਿਆ, ਸਭ ਤੋਂ ਪਹਿਲਾਂ ਤਾਂ ਉਹਨਾਂ ਦਾ ਹੋਵੇ। ਇਹ ਕਾਂਗਰਸ ਪਾਰਟੀ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਇਹਨਾਂ ਦੇ ਵਜ਼ੀਰ ਸੁਖੀ ਰੰਧਾਵਾ, ਤ੍ਰਿਪਤ ਬਾਜਵਾ, ਸੁਨੀਲ ਜਾਖੜ, ਕਿੱਕੀ ਢਿੱਲੋਂ, ਮੈਂ ਬੜੀ ਲੰਮੀ ਲਿਸਟ ਹੈ, ਮਗਰ ਵਜ਼ੀਰ ਨਾਲ ਹੀ ਜਸਟਿਸ ਰਣਜੀਤ ਸਿੰਘ, ਨਾਲ ਹੀ ਇਹਨਾਂ ਦੇ ਆ ਖਹਿਰਾ ਸਾਹਿਬ, ਇਹਨਾਂ ਦੇ ਜਿਹੜੇ 2-3 ਨੇ, ਨਾਲ ਹੀ ਆ ਕੁੰਵਰ ਵਿਜੇ ਪ੍ਰਤਾਪ। ਹਾਂ, ਉਹਨਾਂ ਮੈਂਬਰਾਂ ਨੂੰ ਛੱਡ ਦਿਓ ਕਿਉਂਕਿ ਉਹ ਤਾਂ ਆਪ ਹੀ ਲਿਖਤੀ ਦੇ ਆਏ ਨਾ ਕਿ ਇਹ ਰਾਜਨੀਤੀ ਹੋ ਰਹੀ ਹੈ। ADGP ਪ੍ਰਬੋਧ ਤੇ ਅਰੁਣਪਾਲ ਤੇ ਬਾਕੀ ਦੋ, ਇਹ ਕੁੰਵਰ ਵਿਜੇ ਪ੍ਰਤਾਪ, ਕੇਜਰੀਵਾਲ ਤੇ ਬਾਕੀ ਇਹਨਾਂ ਦੇ ਜਿਹੜੇ ਲੀਡਰ ਨੇ, ਇਹਨਾਂ ਦੀ ਸਭ ਦੀ ਹੋ ਜਾਏ ਔਰ ਫਿਰ ਸਾਡੀ ਵੀ, ਸਾਰਿਆਂ ਦੀ, ਜਿਨ੍ਹਾਂ ਦੀ ਇਹਨਾਂ ਨੂੰ ਜੀ ਕਰਦਾ ਕਰਾ ਦਿਓ। ਐਨ ਲਾਈਨ ਲਾ ਕੇ ਖੜੇ ਕਰ ਦਿਓ ਉੱਥੇ ਤੇ ਪਰਦਾ ਫਾਸ਼ ਹੋ ਜੂ ਕੌਣ ਕੀ ਕਰਦਾ। एक कल ईडी ने नोटिस करे हैं फैशन डिजाइनरों को, देश के जाने मानों को, और उन्होंने जो है सुखपाल खैरा जी के शादी में कपड़े सिले हैं, करोड़ों रुपए की सिलाई। इस पर कुछ कहना चाहोगे? ਮੈਨੂੰ ਤਾਂ ਇੱਕੋ ਬੰਦੇ ਦਾ ਉਹ 'ਚ ਜ਼ਿਆਦਾ ਫਿਕਰ ਲੱਗਦਾ, ਸਪੀਕਰ ਸਾਹਿਬ ਦਾ। ਉਹ ਵੀ ਉਸ ਵਿਆਹ 'ਤੇ ਬਹੁਤ ਭੰਗੜਾ ਪਾ ਰਹੇ ਸੀ। ਉਹਨਾਂ ਦੇ ਕੱਪੜੇ ਨਾ ਇੱਥੋਂ ਆਏ ਹੋਣ। ਹੁਣ ਬਾਕੀ ਤਾਂ ਜਿਨ੍ਹਾਂ ਨੇ ਪਾਏ ਆ ਉਹ ਦੱਸ ਸਕਦੇ ਆ ਜੀ, ਜਿਨ੍ਹਾਂ ਨੇ ਖਰੀਦੇ ਉਹ ਦੱਸ ਸਕਦੇ ਆ। ਮੈਂ ਤੇ ਤੁਸੀਂ ਕੀ ਦੱਸਾਂਗੇ, ਬਾਕੀ ਉਹਨਾਂ ਨੇ ਦੱਸ ਹੀ ਦੇਣਾ ਦੱਸਣ ਵਾਲਿਆਂ ਨੂੰ। ਤੁਸੀਂ ਤਾਂ ਨਹੀਂ ਗਏ ਸੀ, ਤੁਹਾਡੇ 'ਚ ਤਾਂ ਕੋਈ ਨਹੀਂ ਗਿਆ। ਉਹਦੇ ਨਾਲੇ ਕੱਪੜੇ ਕੱਢ ਲਿਓ ਕਿਤੇ ਭੁਲੇਖੇ 'ਚ ਨਾ ਕੋਈ ਆ ਜੇ। ਸਾਹਿਬ ਜੋ ਕਾਂਗਰਸ ਦੇ ਹਾਲਾਤ ਬਣੇ ਤਾਂ ਲੱਗਦਾ ਹੈ ਕਿ 2022 ਚ ਸੀਐਮ ਚਿਹਰਾ ਉਤਾਰਨਗੇ, ਕਿਉਂਕਿ ਜਨਤਾ ਉਹਨਾਂ ਦੀ ਮੀਟਿੰਗ ਕਿਵੇਂ ਹੋਈ ਹੈ ਕਿ ਸੀਐਮ ਜਿਹੜਾ ਕੈਪਟਨ ਲਾਈਏ ਜਾਂ ਨਾ ਲਾਈਏ। ਉਹ ਬਾਬਾ ਚਿਹਰਾ ਲੱਭਣਾ ਔਖਾ ਹੋ ਜਾਣਾ। ਮੈਨੂੰ ਤਾਂ ਲੱਗਦਾ ਪੱਪੂ ਲਿਆਉਣ ਹੁਣ ਚਿਹਰਾ, ਉਧਰੋਂ ਤਾਂ ਵਿਹਲਾ ਰਾਹੁਲ ਗਾਂਧੀ ਲਿਆਉਣ ਉਹਨੂੰ ਚਿਹਰਾ। ਕਿਉਂਕਿ ਹੁਣ ਦੇਖੋ ਫੈਸਲਾ ਤਾਂ ਦਿੱਲੀ ਕਰ ਰਹੀ ਆ, ਰਾਹੁਲ ਗਾਂਧੀ ਸੋਨੀਆ ਗਾਂਧੀ ਕਰ ਰਹੇ ਆ, AICC ਕਰ ਰਹੀ ਆ, 10 ਜਨਪਦ ਕਰ ਰਹੀ ਆ, ਹਾਈ ਕੋਰਟ ਦੇ ਉੱਤੋਂ ਜਾ ਕੇ ਕਰ ਰਹੀ ਹੈ, ਕੈਬਨਿਟ ਦੇ ਉੱਤੋਂ ਜਾ ਕੇ ਕਰ ਰਹੀ ਹੈ। ਸਰਕਾਰ ਨੇ ਉਹਦੀ ਤਾਂ ਚੀਜ਼ ਹੀ ਨਹੀਂ ਛੱਡਤੀ। ਰਿਮੋਟ ਕੰਟਰੋਲ ਤਾਂ ਦਿੱਲੀ ਦਰਬਾਰ 'ਚ, ਉਹਨਾਂ ਹੀ ਨੂੰ ਲੈ ਆਓ। ਰਾਵਤ ਉੱਥੋਂ ਤਾਂ ਵਿਹਲਾ, ਸਾਡਾ ਸਤਿਕਾਰਯੋਗ ਅੰਕਲ ਹੈ, ਉੱਤਰਾਖੰਡ ਤੋਂ ਵਿਹਲਾ, ਇੱਧਰ ਹੀ ਆ ਜੇ ਭਾਊ, ਇੱਥੇ ਕਰ ਲੈਣਗੇ ਫੈਸਲਾ। ਸਰ ਆਪ ਨੂੰ ਕਿਹੜਾ ਲੱਗਦਾ ਤੁਹਾਨੂੰ ਸੀਐਮ ਕੈਂਡੀਡੇਟ? ਹਾਂਜੀ, ਆਪ ਦੇ ਵਿੱਚ ਕਿਹੜਾ ਲੱਗਦਾ? ਉਹ ਤਾਂ ਦੱਸ ਹੀ ਗਏ ਆ ਕੇਜਰੀਵਾਲ ਸਾਹਿਬ ਕਿ ਜਿਹੜੇ ਨਾਲ ਖੱਬੇ ਸੱਜੇ ਬੈਠੇ ਸੀ ਉਹਨਾਂ 'ਚੋਂ ਤਾਂ ਕੋਈ ਨਹੀਂ ਲੱਗਦਾ। ਉਹਨਾਂ ਦਾ ਫੇਸ਼ੀਅਲ ਕਰਾਉਣ ਦੀ ਲੋੜ ਹੈ, ਉਹਨਾਂ ਦਾ ਚਿਹਰਾ ਨਹੀਂ ਚੰਗਾ ਲੱਗ ਰਿਹਾ ਉਹਨਾਂ ਨੂੰ। ਥੋੜਾ ਬਿਊਟੀ ਪਾਰਲਰ ਤੇ ਜਾ ਕੇ ਮਾੜਾ ਜਿਹਾ ਕਰਾਉਣ, ਉਹਨਾਂ ਦੀ ਠੀਕ ਠਾਕ ਕੰਮ ਸ਼ਾਇਦ ਪਸੰਦ ਆ ਜੇ। ਨਹੀਂ ਤਾਂ ਉਹਨੇ ਤਾਂ ਇਹੀ ਕਿਹਾ ਕਿ ਮੈਨੂੰ ਚਿਹਰਾ ਪਸੰਦ ਕੋਈ ਨਹੀਂ, ਚਿਹਰਾ ਵੱਖਰਾ ਹੋਊਗਾ। ਲੇਕਿਨ ਭਗਵੰਤ ਮਾਨ ਵੀ ਇੱਕ ਸਿੱਖ ਜਗ੍ਹਾ ਦੇ ਤੌਰ ਤੇ ਜਾਣਿਆ ਜਾਂਦਾ ਆਮ ਆਦਮੀ ਪਾਰਟੀ। ਉਹ ਭਰਾਵਾ ਉਹ ਨਹੀਂ ਮੰਨ ਰਿਹਾ, ਇਹੀ ਤਾਂ ਰੌਲਾ। ਐ ਤਾਂ ਮੇਰਾ ਵੀਰ ਹਰਪਾਲ ਚੀਮਾ ਵੀ ਆ, ਐਡਾ ਵਧੀਆ ਸਾਡਾ ਵੀਰ ਹੈ, ਚਿਹਰਾ ਹੈ, ਉਹਨੂੰ ਚਿਹਰਾ ਨਹੀਂ ਮੰਨ ਰਹੇ। ਇਹ ਭਗਵੰਤ ਮਾਨ ਹੈ, ਚਿਹਰਾ ਤਾਂ ਹੈ ਨਾ, ਕਿਸੇ ਨੂੰ ਚੰਗਾ ਲੱਗੇ ਮਾੜਾ ਲੱਗੇ, ਮਗਰ ਹੁਣ ਕੇਜਰੀਵਾਲ ਨੂੰ ਨਹੀਂ ਚੰਗਾ ਲੱਗ ਰਿਹਾ ਉਹ ਚਿਹਰਾ। ਉਹ ਸਿੱਖ ਹੀ ਨਹੀਂ ਮੰਨ ਰਿਹਾ ਇਹਨਾਂ ਦੋਵਾਂ ਨੂੰ। ਕਹਿੰਦਾ ਸਿੱਖ ਭੇਸ ਲਿਆਵਾਂਗੇ, ਤੇ ਜਿਹੜੇ ਬੈਠੇ ਆ ਭਾਈ ਉਹਨਾਂ ਦੇ ਕੀ ਬਣੂਗਾ? ਉਹ ਜਿਹੜੇ ਸਿੱਖ ਭੇਸ ਆਲੇ ਦੁਆਲੇ ਬੈਠੇ ਸੀ, ਉਹ ਚਿਹਰੇ ਨਹੀਂ ਠੀਕ। ਇਸ ਲਈ ਜਾਂ ਤਾਂ ਉਹਨਾਂ ਦੀ ਡੈਂਟਿੰਗ ਪੇਂਟਿੰਗ ਹੋਵੇ, ਉਹਦੇ ਮਤਲਬ ਦਾ ਚਿਹਰਾ ਬਣੇ, ਜੇ ਇਹਨਾਂ ਦਾ ਕੁਝ ਹੋ ਸਕਦਾ, ਨਹੀਂ ਤਾਂ ਫਿਰ ਸਮਝ ਆ ਹੀ ਰਹੀ ਹੈ ਕਹਾਣੀ। ਥੈਂਕ ਯੂ।